ਪੰਜਾਂ ਕਕਾਰਾਂ ਦੇ ਵਿੱਚੋਂ ਸਾਨੂੰ ਸੇਧ ਮਿਲ ਰਹੀ ਹੈ। ਕੜਾ ਕਹੇ ਚੋਰੀ ਜਾਰੀ ਘਾਤ ਨੂੰ ਨਾ ਹੱਥ ਲਾਵੀਂ, ਕੱਛ ਕਹੇ ਜਤੀ ਰਹੇ ਤਿਆਗ ਪਰ ਨਾਰ ਕਉ, ਕੇਸ ਕਹਿਣ ਸਾਡੇ ਵਾਂਗੂ ਗੁਣਾ ਰੂਪ ਕੇਸ ਧਾਰ, ਕਹੇ ਕਿਰਪਾਨ ਕਟ ਕਾਮ ਕ੍ਰੋਧ ਹੰਕਾਰ ਕਉ, ਕੰਗਾ ਕਹੇ ਟੁੱਟੇ ਰੋਮਾਂ ਵਾਂਗੂ ਛੱਟ ਪਾਪ ਨਿੰਦਾ। ਇਹ ਸਿੱਖਿਆ ਮਿਲ ਗਈ ਸਾਨੂੰ ਇਹਨਾਂ ਕਕਾਰਾਂ ਤੋਂ। ਅਖੀਰੀ ਉਹਨੇ ਬਚਨ ਕਹੇ ਕਿ ਪੰਜਾਂ ਪਿਆਰਿਆਂ ਵੱਲੋਂ ਸਾਨੂੰ ਇਹ ਹੁਕਮ ਹੁੰਦਾ ਹੈ ਕਿ ਐਸੇ ਪੰਜ ਕੱਕੇ ਜਿਨ ਧਾਰੇ ਸੰਗਤ ਖਾਲਸਾ ਜੀ, ਪਾਵੇਗਾ ਗੁਰੂ ਗੋਬਿੰਦ ਸਿੰਘ ਕੇ ਦੀਦਾਰ ਕਉ। ਜਿਨਨੇ ਇਸ ਤਰੀਕੇ ਦੇ ਨਾਲ ਇਹ ਪੰਜ ਕਕਾਰ ਪੰਜ ਕੱਕੇ ਜੀਵਨ ਅੰਦਰ ਧਾਰਨ ਕਰ ਲਏ ਤੇ ਸੌਖੇ ਤਰੀਕੇ ਨਾਲ ਕਲਗੀਧਰ ਮਹਾਰਾਜ ਜੀ ਦੇ ਦੀਦਾਰ ਪਾ ਲਵੇਗਾ। ਇਹ ਪਾਵਨ ਜੋ ਸ਼ਬਦ ਪੰਜਾਂ ਪਿਆਰਿਆਂ ਦੇ ਮੁਖ ਤੋਂ ਸਾਨੂੰ ਹੁਕਮ ਰੂਪ ਅੰਦਰ ਸੰਗਤ ਜੀ ਮਿਲਦੇ ਨੇ। ਪੰਜਾਂ ਪਿਆਰਿਆਂ ਵੱਲੋਂ ਜਿਹੜਾ ਹੁਕਮ ਹੋਇਆ ਹੈ ਕਿ ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਹੈ, ਗੁਰੂ ਕੇ ਬਚਨ ਸਤ ਕਰਕੇ ਜਾਣਨੇ ਨੇ। ਤੇ ਜਦੋਂ ਸਿੱਖ ਗੁਰੂ ਕੇ ਬਚਨ ਮੰਨਦਾ ਤੇ ਮਹਾਰਾਜ ਕੀ ਆਖਦੇ, ਸਤਿਗੁਰ ਹੋਏ ਦਇਆਲ ਤਾਂ ਸਰਧਾ ਪੂਰੀ ਹੈ। ਤੇ ਕੌਣ ਨਹੀਂ ਚਾਹੁੰਦਾ ਸੰਸਾਰ ਅੰਦਰ, ਕਿਹੜਾ ਨਹੀਂ ਇਹ ਚਾਹੁੰਦਾ ਕਿ ਮੇਰੀ ਸ਼ਰਧਾ ਨਾ ਪੂਰੀ ਹੋਵੇ। ਸਾਰੇ ਕਹਿੰਦੇ ਨੇ। ਗੁਰੂ ਘਰ ਅੰਮ੍ਰਿਤ ਵੇਲੇ ਆਪਾਂ ਆਏ, ਸਾਡੇ ਮਨਾਂ ਦੀ ਇਹ ਭਾਵਨਾ ਹੁੰਦੀ ਹੈ, ਖਿਆਲ ਆਉਂਦੇ ਕਈ ਤਰ੍ਹਾਂ ਦੇ ਕਿ ਗੁਰੂ ਦੇ ਕੋਲ ਆਏ ਆ ਤੇ ਸਾਡੀ ਸ਼ਰਧਾ ਪੂਰੀ ਹੋਵੇ। ਤੇ ਪਹਿਲਾਂ ਸੰਗਤ ਜੀ ਗੁਰੂ ਦੇ ਹੋਣਾ ਪਵੇਗਾ। ਜਦੋਂ ਗੁਰੂ ਦੇ ਹੋ ਗਏ, ਗੁਰੂ ਨੇ ਦਿਆਲਤਾ ਧਾਰਨ ਕੀਤੀ ਤਾਂ ਸ਼ਰਧਾ ਪੂਰੀ ਹੈ। ਫਿਰ ਅੱਗੇ ਬਚਨ ਗਏ, ਸਤਿਗੁਰ ਹੋਏ ਦਇਆਲ। ਸਿੱਖ ਜਦੋਂ ਗੁਰੂ ਦੇ ਬਚਨ ਮੰਨਦਾ ਹੈ ਤੇ ਗੁਰੂ ਦਿਆਲਤਾ ਦੇ ਘਰ ਵਿੱਚ ਆਉਂਦਾ ਹੈ, ਨਾ ਕਬਹੂ ਝੂਰੀ ਹੈ, ਝੂਰਨਾ ਨਹੀਂ ਪੈਂਦਾ ਜੀਵਨ ਅੰਦਰ, ਝੋਰੇ ਖਤਮ ਹੋ ਜਾਂਦੇ ਨੇ। ਇੱਥੋਂ ਤੱਕ ਮਹਾਰਾਜ ਕਹਿੰਦੇ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਹੈ। ਸਿੱਖ ਆਪਣੇ ਜੀਵਨ ਅੰਦਰ ਸੰਗਤ ਜੀ ਦੁੱਖ ਨਹੀਂ ਪਾਉਂਦਾ, ਜਾਂ ਕਿਤੇ ਬਾਹਰੀ ਜਦੋਂ ਕਿਤੇ ਦੁੱਖ ਆਉਂਦੇ ਵੀ ਨੇ ਉਹਨਾਂ ਨੂੰ ਜਾਣਦਾ ਨਹੀਂ ਕੁਝ। ਭਾਈ ਮਨੀ ਸਿੰਘ ਵਰਗਿਆਂ ਨੇ ਬੰਦ ਕਟਵਾਇਆ, ਨਹੀਂ ਜਾਣਿਆ ਦੁੱਖ। ਦੇਗੇ ਵਿੱਚ ਭਾਈ ਦਿਆਲਾ ਜੀ ਉਬਾਲੇ ਗਏ, ਨਹੀਂ ਸਮਝਿਆ ਕਿਸੇ ਤਰ੍ਹਾਂ ਉਹਨਾਂ ਨੇ ਦੁੱਖ, ਕਿਉਂਕਿ ਗੁਰੂ ਦੀ ਦਿਆਲਤਾ ਕੁਝ ਐਸੀ ਸੀ। ਜਦੋਂ ਸਿੱਖ ਗੁਰੂ ਦੇ ਬਚਨ ਮੰਨਦਾ ਹੈ, ਭਾਈ ਮਣੀ ਸਿੰਘ ਜੀ ਦੇ ਜੀਵਨ ਨੂੰ ਪੜ੍ਹਦੇ ਆ ਤੇ ਕਿੰਨਾ ਸਮਰਪਿਤ ਸਨ ਗੁਰੂ ਨੂੰ। ਜਦੋਂ ਉਹਨਾਂ ਨੇ ਕਲਗੀਧਰ ਮਹਾਰਾਜ ਜੀ ਦੇ ਪਾਸੋਂ ਅੰਮ੍ਰਿਤ ਛਕਿਆ ਹੋਵੇਗਾ ਤੇ ਬਚਨ ਕੀਤੇ ਸੀ, ਮਹਾਰਾਜ ਇਹ ਸਿਰ ਤੁਹਾਡਾ ਹੈ। ਤੇ ਬਚਨ ਸਤ ਕਰਕੇ ਵੀ ਦੱਸੇ ਨੇ ਨਾ ਉਹਨਾਂ ਨੇ। ਕਹਿੰਦੇ ਅਸੀਂ ਵੀ ਹਾਂ ਪਰ ਬਚਨ ਨਹੀਂ ਮੰਨਦੇ। ਇੱਥੇ ਮਹਾਰਾਜ ਆਖਦੇ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ। ਜੇ ਦੁੱਖ ਜੀਵਨ ਅੰਦਰ ਆਉਂਦਾ ਵੀ ਹੈ ਤੇ ਸਿੱਖ ਉਹ ਜਾਣਦਾ ਹੀ ਨਹੀਂ ਕਿਸੇ ਤਰ੍ਹਾਂ ਉਹਨੂੰ ਦੁੱਖ ਨੂੰ। ਉਹਨੂੰ ਪਤਾ ਚੱਲ ਗਿਆ ਹੈ ਕਿ ਦੁੱਖ ਸੁੱਖ ਦੋਇ ਦਰ ਕੱਪੜੇ ਪਹਿ ਰਹਿ ਜਾਹੇ ਮਨੁੱਖ, ਇਹ ਤੇ ਮੇਰੇ ਕਰਮਾਂ ਦਾ ਭੁਗਤਾਨ ਹੋ ਰਿਹਾ ਹੈ। ਜੋ ਮੈਂ ਪਹਿਲਾਂ ਬੀਜਿਆ ਸੀ ਉਹ ਮੈਂ ਵੱਢ ਰਿਹਾ ਹਾਂ, ਹੁਣ ਗੁਰੂ ਤੋਂ ਖੁਸ਼ੀਆਂ ਲੈਣੀਆਂ। ਇਹ ਕੁਝ ਇੱਦਾਂ ਸਮਝਦਿਆਂ ਹੋਇਆਂ ਸੰਗਤ ਜੀ ਫਿਰ ਅੱਗੇ ਲੰਘਦਾ ਜਾਂਦਾ ਹੈ। ਤੇ ਮਹਾਰਾਜ ਆਖਦੇ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀ ਹੈ। ਹਰੇਕ ਤਰ੍ਹਾਂ ਦੇ ਰੰਗ ਨੂੰ ਉਹ ਜੀਵ ਮਾਣਦਾ ਹੈ ਜਿਹਦੇ ਤੇ ਗੁਰੂ ਦੀ ਦਿਆਲਤਾ ਹੋ ਜਾਵੇ। ਤੇ ਮਹਾਰਾਜ ਆਖਦੇ ਨੇ, ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇਹਾ। ਉਹਨਾਂ ਨੂੰ ਜਮਾਂ ਦਾ ਕੀ ਡਰ ਹੈ ਜਿਨ੍ਹਾਂ ਤੇ ਗੁਰੂ ਦੀ ਦਿਆਲਤਾ ਹੈ। ਸੰਗਤ ਵਿੱਚ ਆਣ ਕੇ ਬੈਠਣਾ, ਗੁਰੂ ਕੇ ਵਚਨਾਂ ਨੂੰ ਸਤ ਕਰਕੇ ਜਾਣਨਾ ਤੇ ਜਮਾਂ ਦਾ ਭੈ ਖਤਮ ਹੋ ਜਾਂਦਾ ਹੈ। ਇਹ ਜ਼ਰੂਰ ਸੰਗਤ ਜੀ ਆਪਾਂ ਵਿਚਾਰਾਂ ਆਪਣੇ ਮਨ ਦੇ ਨਾਲ ਕਰਨੀਆਂ ਨੇ
ਕਿ ਜੇ ਅਸੀਂ ਵੀ ਸੰਗਤ ਵਿੱਚ ਆ ਰਹੇ ਹਾਂ ਕਿ ਸਾਡੇ ਮਨ ਅੰਦਰੋਂ ਇਹ ਭੈ ਖਤਮ ਹੋਇਆ ਹੈ ਜਾਂ ਨਹੀਂ। ਜੇ ਨਹੀਂ ਹੋ ਰਿਹਾ ਫਿਰ ਸਾਡੇ ਕੋਲੋਂ ਅਜੇ ਮਨ ਕਰਕੇ ਸੰਗਤ ਨਹੀਂ ਹੋ ਰਹੀ, ਬਾਹਰੀ ਸਰੀਰ ਕਰਕੇ ਜੁੜੇ ਹੋਏ ਆ। ਤੇ ਸਰੀਰ ਕਰਕੇ ਸੰਗਤ ਜੀ ਕਿਸੇ ਤਰ੍ਹਾਂ ਵੀ ਕੋਈ ਗੱਲ ਨਹੀਂ ਬਣਦੀ ਜਿੰਨਾ ਚਿਰ ਅੰਦਰੋਂ ਨਾ ਜੁੜੀਏ ਆਪਾਂ। ਬਾਹਰੋਂ ਭੋਜਨ ਆਪਣੇ ਸਰੀਰ ਨੂੰ ਮਲ ਲਈਏ ਤੇ ਨਹੀਂ ਭੁੱਖ ਸਾਡੀ ਦੂਰ ਹੋਣੀ ਜਿੰਨਾ ਚਿਰ ਖਾਵਾਂਗੇ ਨਾ ਉਹਨੂੰ। ਅੰਦਰ ਭੋਜਨ ਜਾਵੇਗਾ ਤੇ ਭੁੱਖ ਮਰਨੀ ਹੈ ਸਾਡੀ, ਦੂਰ ਹੋਵੇਗੀ। ਸਰੀਰ ਨੂੰ ਮਰ ਲਓ, ਚੰਗੇ ਚੰਗੇ ਪਦਾਰਥ ਚੰਗੇ ਚੰਗੇ ਲਿਆ ਕੇ 36 ਤਰ੍ਹਾਂ ਦੇ ਭੋਜਨ, ਕਿਸੇ ਤਰ੍ਹਾਂ ਵੀ ਗੱਲ ਨਹੀਂ ਬਣਨੀ ਨਾ। ਇਹ ਤੇ ਆਪਾਂ ਸਮਝਦੇ ਹਾਂ। ਗੁਰੂ ਨੂੰ ਵੀ ਅੰਦਰੋਂ ਸਮਰਪਣ ਹੋਣਾ ਪੈਣਾ ਹੈ ਤੇ ਫਿਰ ਗੁਰੂ ਦਿਆਲਤਾ ਦੇ ਘਰ ਵਿੱਚ ਆਉਂਦਾ ਹੈ। ਤੇ ਮਹਾਰਾਜ ਕਹਿੰਦੇ ਜਮਾਂ ਦਾ ਡਰ ਹੀ ਖਤਮ ਹੋ ਜਾਂਦਾ ਉਹਨਾਂ ਸਿੱਖਾਂ ਦੇ ਹਿਰਦਿਆਂ ਦੇ ਵਿੱਚੋਂ ਜਿਹੜੇ ਗੁਰੂ ਨੂੰ ਸਮਰਪਣ ਨੇ, ਜਿਨ੍ਹਾਂ ਨੂੰ ਸੰਗਤ ਮਿਲ ਗਈ। ਪਹਿਲਾਂ ਵੀ ਆਪਾਂ ਦੱਸਿਆ ਕਿ ਸਿੱਖੀ ਦੇ ਸਕੂਲ ਦੇ ਵਿੱਚ ਭੀੜ ਦਾ ਸੰਗਤ ਜੀ ਬਹੁਤਾ ਨਹੀਂ ਸੀ, ਭੀੜ ਨੂੰ ਨਹੀਂ ਸੀ ਦਰਜਾ ਦਿੱਤਾ ਗਿਆ ਬਹੁਤਾ ਚੰਗਾ ਕਿਹਾ ਗਿਆ ਕਿ ਇੱਥੇ 1 ਲੱਖ ਹੋ ਜਾਵੇ, ਇੰਨਾ ਹੋ ਜਾਵੇ, 10 ਲੱਖ ਹੋਵੇ। ਇੱਥੇ ਇੱਕ ਹੀ ਆ ਤੇ ਉਹ ਵੀ 1.25 ਲੱਖ ਵਰਗਾ ਹੈ। ਤਾਂ ਹੀ ਬਚਨ ਕਹੇ ਨੇ ਨਾ ਮਹਾਰਾਜ ਜੀ ਨੇ, ਜੇ ਇੱਕ ਪੂਰਾ ਹੈ। ਜਿੱਥੇ ਬਚਨ ਕਹੇ ਨੇ 1.25 ਲੱਖ ਸੇ ਏਕ ਲੜਾਊਂ, ਸਮਝ ਲਓ ਕਿ ਸੰਗਤ ਵਿੱਚ ਆਣ ਕੇ ਜੇ ਇੱਕ ਹੀ ਕੋਈ ਨਿੱਤਰ ਗਿਆ ਪੂਰਨ ਰੂਪ ਅੰਦਰ, ਉਹ 1.25 ਲੱਖ ਵਰਗਾ ਹੈ ਗੁਰੂ ਘਰ ਦੇ ਵਿੱਚ। ਇੱਥੇ ਭੀੜ ਨਹੀਂ, ਇੱਥੇ ਸੰਗਤ ਦੀ ਅੰਦਰੋਂ ਜੁੜਨ ਦੀ ਗੱਲ ਮਹਾਰਾਜ ਜੀ ਨੇ ਕਹੀ ਹੈ। ਆਤਮਿਕ ਜੀਵਨ ਨੂੰ ਸ਼ਿੰਗਾਰਨ ਵਾਸਤੇ, ਉਹਦੀ ਪ੍ਰਾਪਤੀ ਵਾਸਤੇ ਗੁਰੂ ਕੀ ਸੰਗਤ ਵਿੱਚ ਆਈਦਾ ਹੈ, ਗੇੜੇ ਕੱਢਣ ਵਾਸਤੇ ਨਹੀਂ। ਤੇ ਜਦੋਂ ਆਤਮਿਕ ਜੀਵਨ ਦੇ ਆਨੰਦ ਵਾਸਤੇ ਗੁਰੂ ਕੋਲ ਆਈਏ, ਮਨ ਕਰਕੇ ਜੁੜੀਏ, ਤੇ ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦਿਆਂ ਦੇ ਵਿੱਚੋਂ ਜਮਾਂ ਦਾ ਭੈ ਖਤਮ ਹੋ ਜਾਂਦਾ। ਫਿਰ ਅੱਗੇ ਹੋਰ ਬਚਨ ਕਰਦੇ, ਸਤਿਗੁਰ ਹੋਏ ਦਇਆਲਤਾ ਸਦ ਹੀ ਸੁਖ ਦੇਹਾ। ਸਾਡੀ ਦੇਹ ਨੂੰ ਸਦਾ ਸੁੱਖ ਰਹਿੰਦੇ ਨੇ। ਪਹਿਲਾਂ ਵੀ ਬਚਨ ਆਏ ਕਿ ਦੁੱਖ ਨਹੀਂ ਆਉਂਦਾ, ਜਦੋਂ ਦੁੱਖ ਨਾ ਆਇਆ ਤੇ ਸੁੱਖ ਤੇ ਆਉਣਾ ਹੀ ਆਉਣਾ ਹੈ। ਸਤਿਗੁਰ ਹੋਏ ਦਇਆਲਤਾ ਨਵ ਨਿਧ ਪਾਈਐ। ਸਾਰੇ ਖਜ਼ਾਨੇ ਅਸਨ ਬਸਨ ਭੂ ਕਨਕ ਪੁੰਨ, ਦਾਸੀ ਚੌਪ ਗੁਲਾਮ, ਰਥਵਾਏ ਹਿੰਡਾਏ ਜਾਣੀਐ। ਇਹ ਨਵ ਨਿਧ ਕੇ ਨਾਮ, ਇਹ 9 ਨਿਧਾਂ ਨੇ। ਫਿਰ ਆਪਾਂ ਇਹ ਪੰਕਤੀ ਨੂੰ ਵਿਚਾਰੀਏ। 9 ਨਿਧਾਂ ਤੇ ਬੜੀ ਵਾਰ ਆਪਾਂ ਸੁਣੀਆਂ ਹੈ, ਕਿਹੜੀਆਂ ਨੇ? ਅਸਨ ਬਸਤਰ ਹੋ ਗਏ, ਵਾਹਿਗੁਰੂ ਅਸਨ ਭੋਜਨ ਹੋ ਗਏ, ਬਸਨ ਬਸਤਰ ਹੋ ਗਏ, ਅਸਨ ਬਸਨ ਭੂ ਭੂਮੀ ਹੋ ਗਈ, ਅਸਨ ਬਸਨ ਭੂ ਕਨਕ ਪੁੰਨ, ਕਨ ਕਹਿੰਦੇ ਸੋਨੇ ਆਦਿਕ ਨੂੰ, ਪੁੰਨ ਫੇਰ ਅਸਨ ਬਸਨ ਭੂ ਕਨਕ ਪੁੰਨ, ਦਾਸੀ ਸੇਵਕ ਹੋ ਗਏ, ਚੌਪ ਮੁੱਠਾ ਚਾਪੀ ਕਰਨ ਵਾਲੇ ਹੋ ਗਏ, ਗੁਲਾਮ ਜਿਹੜੇ ਸਾਡੇ ਅਧੀਨ ਰਹਿਣ ਵਾਲੇ ਹੋ ਗਏ, ਰਥਵਾਹੀ ਘੋੜਿਆਂ ਨੂੰ ਚਲਾਉਣ ਵਾਲੇ ਜਾਂ ਰਥ ਆਦਿਕ ਹੋ ਗਏ, ਹਿੰਡਾਏ ਜਾਣੀਏ। ਇਹ ਨਵ ਨਿਧ ਕੇ ਨਾਮ। ਇੱਦਾਂ ਸੰਗਤ ਜੀ ਇਹ 9 ਨਿਧਾਂ ਨੇ। ਇਹ ਪ੍ਰਾਪਤ ਹੋ ਜਾਂਦੀਆਂ ਜਦੋਂ ਗੁਰੂ ਦੇ ਆਲ ਹੋਵੇ। ਇਹ ਚੀਜ਼ਾਂ ਦੀ ਜਿਹੜਾ ਪ੍ਰਾਪਤੀ ਚਾਹੁੰਦਾ ਹੈ, ਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨੇਗਾ ਤੇ 9 ਨਿਧਾਂ ਦੀ ਖਜ਼ਾਨੀ ਹੈ, ਪ੍ਰਾਪਤੀ ਹੈ। 9 ਨਿਧਾਂ ਦੀ ਪ੍ਰਾਪਤੀ ਸੌਖੇ ਤਰੀਕੇ ਨਾਲ ਹੋ ਜਾਂਦੀ ਹੈ। ਤੇ ਅਖੀਰੀ ਬਚਨ ਕਹੇ, ਸਤਿਗੁਰ ਹੋਏ ਦਇਆਲਤਾ ਸੱਚ ਸਮਾਈ ਹੈ। ਸੱਚ ਦੇ ਵਿੱਚ, ਪਰਮੇਸ਼ਰ ਦੇ ਵਿੱਚ ਸਮਾ ਜਾਈਦਾ ਹੈ ਜਦੋਂ ਆਪਾਂ ਗੁਰੂ ਕੇ ਬਚਨ ਮੰਨੀਏ। ਆਓ ਫਿਰ ਹੁਣ ਜਿਹੜੀ ਵਿਚਾਰ ਚੱਲ ਰਹੀ ਹੈ ਜਪਜੀ ਸਾਹਿਬ ਦੀ, ਉਹਨੂੰ ਫਿਰ ਮੰਨਣ ਦਾ ਯਤਨ ਵੀ ਕਰੀਏ ਕਿ ਜਿਹੜੇ ਗੁਰੂ ਕੇ ਬਚਨ ਆਪਾਂ ਸੁਣ ਰਹੇ ਹਾਂ ਉਹਨੂੰ ਕਿਤੇ ਮੰਨ ਵੀ ਲਈਏ, ਕਿਤੇ ਆਪਾਂ ਗੁਰੂ ਦੀ ਦਿਆਲਤਾ ਤੋਂ ਵਾਂਝੇ ਨਾ ਰਹੀਏ, ਕਿਤੇ ਪਾਸੇ ਨਾ ਰਹਿ ਜਾਈਏ। ਪਾਸੇ ਰਹਾਂਗੇ ਤੇ ਇਹ ਜਿਹੜੀਆਂ ਖੁਸ਼ੀਆਂ, ਇਹ ਜਿਹੜੀਆਂ ਬਰਕਤਾਂ ਹੁਣੇ ਆਪਾਂ ਸੁਣੀਆਂ ਨੇ, ਫਿਰ ਕਿੱਦਾਂ ਲਵਾਂਗੇ ਗੁਰੂ ਦੇ ਪਾਸੋਂ? ਜਿਹੜੀਆਂ ਬਰਕਤਾਂ ਹੁਣੇ ਆਪਾਂ ਸੁਣ ਰਹੇ ਸਾਂ ਕਿ ਸਤਿਗੁਰੂ ਦੀ ਦਿਆਲਤਾ ਦੇ ਨਾਲ ਆਹ ਮਿਲ ਜਾਣਾ, ਆਹ ਮਿਲ ਜਾਣਾ ਹੈ, ਕਿੱਦਾਂ ਲਵਾਂਗੇ ਗੁਰੂ ਦੇ ਪਾਸੋਂ ਜਦੋਂ ਗੁਰੂ ਕੇ ਬਚਨਾਂ 'ਤੇ ਅਮਲ ਨਾ ਕੀਤਾ? ਆਓ ਫਿਰ ਲੜੀਵਾਰ
ਸ੍ਰੀ ਜਪਜੀ ਸਾਹਿਬ ਦੀ ਕਥਾ ਜੋ ਚੱਲ ਰਹੀ ਹੈ ਉਹਦੀ ਵਿਚਾਰ ਦੇ ਵਿੱਚ ਜੁੜੀਏ। ਕੱਲ੍ਹ ਜੋ ਪੰਕਤੀਆਂ ਆਪਾਂ ਸਰਵਣ ਕੀਤੀਆਂ ਸਨ ਕਿ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੀ ਮਿਲੈ ਲਈ। ਜਦੋਂ ਕੁਝ ਇਹਨਾਂ ਨੇ ਸਿੱਧਾਂ ਨੇ ਆਖਿਆ ਮਹਾਰਾਜ ਕਿ ਦੇਖੋ ਜਿਹੜੇ ਇਹ ਕਰਮ ਨੇ ਇਹਨਾਂ ਦੇ ਨਾਲ ਬੜਾ ਕੁਝ ਮਿਲ ਜਾਂਦਾ ਹੈ, ਤੁਸੀਂ ਦੱਸੋ ਮਿਲਦਾ ਕਿ ਨਹੀਂ ਮਿਲਦਾ? ਸਾਡੇ ਹਿਸਾਬ ਨਾਲ ਤਾਂ ਬਹੁਤਾ ਕੁਝ ਮਿਲਦਾ ਹੈ। ਮਹਾਰਾਜ ਕਹਿੰਦੇ ਹਾਂ ਭਾਈ, ਜਿਹੜੀ ਪਰਾਲਬਧ ਪਹਿਲਾਂ ਕੁਝ ਸਾਡੀ ਹੈ ਨਾ, ਉਹਦੇ ਅਨੁਸਾਰ ਹੀ ਸਾਰਾ ਕੁਝ ਵਾਪਰਦਾ ਹੈ। ਅੱਗੋਂ ਚੰਗੇ ਕਰਮ ਕਰਾਂਗੇ ਤੇ ਅਗਲਾ ਸਾਡਾ ਪਾਸਾ ਸਵਰ ਜਾਵੇਗਾ। ਜੋ ਪਰਮੇਸ਼ਰ ਨੇ ਲਿਖ ਦਿੱਤਾ ਹੈ, ਜੇਤੀ ਸਿਰਠ ਉਪਾਈ ਵੇਖਾ, ਜਿੰਨੀ ਵੀ ਸ੍ਰਿਸ਼ਟੀ ਪਰਮੇਸ਼ਰ ਨੇ ਉਪਾਈ ਪੈਦਾ ਕੀਤੀ ਅਸੀਂ ਦੇਖੀ ਹੈ, ਵਿਣ ਕਰਮਾਂ ਤੋਂ ਬਿਨਾਂ, ਜਿਹੜੀ ਪਰਾਲਬਧ ਤੋਂ ਬਿਨਾਂ ਕੀ ਮਿਲੈ ਲਈ, ਕਿਸੇ ਨੂੰ ਕੀ ਮਿਲਿਆ ਹੈ? ਜਿਹੜੀ ਪਰਾਲਬਧ ਸਾਡੀ ਲਿਖੀ ਗਈ ਜਾਂ ਅੱਗੇ ਲਿਖਵਾਵਾਂਗੇ ਆਪਾਂ, ਉਹਦੇ ਤੋਂ ਬਿਨਾਂ ਕੀ ਮਿਲਿਆ? ਉਹ ਪਰਾਲਬਧ ਦੇ ਅਨੁਸਾਰ ਹੀ ਸਾਨੂੰ ਇਹ ਸਰੀਰ, ਇਹ ਕਿੰਨੀ ਇਹਦੀ ਸੁੰਦਰਤਾ ਹੈ, ਕਿੰਨਾ ਕੁਝ ਸਾਡੇ ਕੋਲ ਹੋਵੇ, ਇਹ ਸਾਰਾ ਕੁਝ ਸੰਗਤ ਜੀ ਪਰਾਲਬਧ ਹੈ। ਹੁਣ ਪਰਾਲਬਧ ਜਿਹੜੀ ਹੈ ਜਦੋਂ ਅੱਗੇ ਚੰਗੀ ਬਣਾਵਾਂਗੇ ਤੇ ਆਪੇ ਸੁਖੀ ਹੋ ਜਾਵਾਂਗੇ। ਇਹ ਬਚਨ ਆਪਾਂ ਕੁਝ ਸਾਖੀਆਂ ਵੀ ਸਰਵਣ ਕੀਤੀਆਂ ਸਨ। ਅੱਗੇ ਬਚਨ ਆਉਂਦੇ ਨੇ, ਜਦੋਂ ਸਿੱਧਾਂ ਨੇ ਹੋਰ ਵੀ ਪੁੱਛਿਆ ਤੇ ਸਤਿਗੁਰਾਂ ਜੀ ਨੇ ਬਚਨ ਕਹੇ ਸਨ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਆਰੰਭ ਤੇ ਵਿਚਾਰ ਜੋ ਆਪਾਂ ਸੁਣੀ ਸੀ ਨਾ ਕਿ ਗੁਰੂ ਕੇ ਬਚਨਾਂ ਨੂੰ ਜੇ ਕਿਤੇ ਸਿੱਖ ਵਸਾ ਲਵੇ, ਸੰਗਤ ਦੇ ਵਿੱਚ ਆਇਆ ਹੋਇਆ ਲੱਖਾਂ ਦੇ ਵਿੱਚੋਂ ਜੇ ਇੱਕ ਨਿੱਤਰ ਜਾਂਦਾ ਹੈ, ਗੁਰੂ ਨੂੰ ਉਹ 1.25 ਲੱਖ ਵਰਗ ਹੈ। ਇੱਥੇ ਇਹ ਨਹੀਂ ਕਿਹਾ ਕਿ ਇੰਨੀ ਸੰਗਤ ਰੋਜ਼ ਹੋਵੇ, ਇੱਥੇ ਇਹ ਆਖਿਆ ਕਿ ਸੰਗਤ ਕਰਨੀ ਹੈ। ਉਹਦੇ ਵਿੱਚੋਂ ਹੁਣ ਨਿੱਤਰੇਗਾ ਕਿਹੜਾ? ਜਿਹਨੇ ਗੁਰੂ ਦੇ ਬਚਨ ਮੰਨੇ। ਇੱਥੇ ਵੀ ਹੁਣ ਕੀ ਵਿਚਾਰ ਆਈ ਹੈ? ਜੇ ਇੱਕ ਗੁਰ ਕੀ ਸਿੱਖ ਸੁਣੀ। ਜੋ ਸੰਗਤ ਜੀ ਇੱਕ ਪਰਮੇਸ਼ਰ ਹੈ, ਅਦਵੈਤ ਸਰੂਪ, ਉਹ ਪਰਮੇਸ਼ਰ ਦੀ, ਉਹ ਗੁਰੂ ਦੀ, ਜੇ ਕਿਸੇ ਨੇ ਇੱਕ ਵੀ ਸਿੱਖਿਆ ਨੂੰ ਗ੍ਰਹਿਣ ਕਰ ਲਿਆ ਤੇ ਕੀ ਹੋ ਜਾਣਾ? ਮਤ ਵਿੱਚ ਰਤਨ ਜਵਾਹਰ ਮਾਣਿਕ। ਸਾਡੀ ਮਤ ਜਿਹੜੀ ਬੁੱਧ ਹੈ ਉਹਦੇ ਅੰਦਰ ਵੈਰਾਗ ਰੂਪੀ ਸੰਗਤ ਜੀ ਰਤਨ ਆ ਜਾਣਗੇ। ਜਦੋਂ ਗੁਰੂ ਦੇ ਬਚਨ ਸੁਣੇ ਆਪਾਂ, ਜਦੋਂ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਗੁਰੂ ਦੇ ਬਚਨ ਸੁਣੇ, ਕਿਉਂਕਿ ਇਹ ਕੰਨ ਵੀ ਹੋਣੇ ਜ਼ਰੂਰੀ ਨੇ, ਇਹਨਾਂ ਦੇ ਨਾਲ ਗੁਰੂ ਦੇ ਬਚਨ ਸੁਣੇ ਤੇ ਸਾਡੀ ਬੁੱਧ ਦੇ ਵਿੱਚ ਵੈਰਾਗ ਰੂਪੀ ਰਤਨ ਦੀ ਪ੍ਰਾਪਤੀ ਹੋਵੇਗੀ। ਬਾਹਰੀ ਤੇ ਰਤਨ ਆਪਾਂ ਚਾਹੁੰਦੇ, ਹਰੇਕ ਚਾਹੁੰਦਾ ਹੈ, ਪਰ ਅੰਦਰ ਵੀ ਸਾਡੇ ਰਤਨ ਚਾਹੀਦੇ ਨੇ। ਕੁਝ ਬਾਹਰੀ ਰਤਨ ਚਾਹੀਦੇ ਨੇ ਬਾਹਰੀ ਕਾਰਜਾਂ ਨੂੰ ਸਵਾਰਨ ਵਾਸਤੇ। ਜਦੋਂ ਗੁਰੂ ਦੇ ਸਿੱਖ ਗੁਰੂ ਕੇ ਬਚਨਾਂ ਨੂੰ ਸੁਣ ਲੈਂਦੇ, ਸਮਝ ਲੈਂਦੇ, ਮੰਨਦੇ ਨੇ, ਬਾਹਰੀ ਤੇ ਰਤਨ ਸੰਗਤ ਜੀ ਮਿਲਣੇ ਨੇ। ਪਰਮੇਸ਼ਰ ਨੇ, ਗੁਰੂ ਨੇ ਇਹੋ ਜਿਹੀਆਂ ਬਾਹਰੀ ਚੀਜ਼ਾਂ ਤਲੀ ਤੇ ਧਰੀਆਂ ਨੇ, ਪਰ ਜਿਹੜੀਆਂ ਗੋਹਜ ਨੇ ਚੀਜ਼ਾਂ, ਉਹ ਫਿਰ ਸਾਨੂੰ ਕੁਝ ਕਠਿਨ ਮਿਲਦੀਆਂ। ਗੁਰੂ ਨਾਨਕ ਦੇਵ ਮਹਾਰਾਜ ਆਖਦੇ, ਜਦੋਂ ਗੁਰੂ ਦੇ ਬਚਨਾਂ ਨੂੰ ਸਿੱਖ ਸਤ ਕਰਕੇ ਮੰਨ ਲੈਂਦਾ ਹੈ, ਇੱਕ ਬਚਨ ਵੀ ਮੰਨ ਲੈਂਦਾ ਜੇ, ਤੇ ਉਹਦੀ ਬੁੱਧੀ ਜਿਹੜੀ ਹੈ ਉਹਦੇ ਵਿੱਚ ਵੈਰਾਗ ਰੂਪੀ ਰਤਨ ਆ ਜਾਂਦਾ ਹੈ। ਫਿਰ ਗਿਆਨ ਰੂਪੀ ਜਵਾਹਰ, ਮਤ ਵਿੱਚ ਰਤਨ ਤੇ ਜਵਾਹਰ ਅੱਗੇ ਬਚਨ ਕਹੇ ਨੇ। ਜਵਾਹਰ ਕਿਹੜਾ ਹੈ? ਗਿਆਨ ਰੂਪੀ ਜਵਾਹਰ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਮਾਣਕ, ਗੁਰੂ ਦੇ ਬਚਨ ਮੰਨਣ ਰੂਪੀ ਸੰਗਤ ਜੀ ਮਾਣਕ ਦੀ ਪ੍ਰਾਪਤੀ ਹੁੰਦੀ ਹੈ। ਇਹ ਤੇ ਅੰਤਰੀਵ ਐਸੀਆਂ ਬਰਕਤਾਂ ਆ ਜਾਂਦੀਆਂ ਨੇ, ਜਿਹੜਾ ਇੱਕ ਵੀ ਗੁਰੂ ਕੇ ਬਚਨ ਮੰਨ ਲਵੇ। ਬੇਅੰਤ ਗੁਰੂ ਕੇ ਬਚਨ ਨੇ 1430 ਅੰਗਾਂ ਦੇ ਵਿੱਚ ਸੰਗਤ ਜੀ ਕਿੰਨੇ ਸ਼ਬਦ ਮਹਾਰਾਜ ਜੀ ਨੇ ਉਚਾਰਨ ਕਰਕੇ ਸਾਨੂੰ ਸਮਝਾਇਆ ਹੈ। ਵਾਰ-ਵਾਰ ਸਾਨੂੰ ਚਪੇੜਾਂ ਵੀ ਮਾਰੀਆਂ ਨੇ ਕਿਤੇ, ਰੇ ਜੀ ਨ ਲੱਜ ਲਾਜ ਤੋਹੇ ਨਾਹੀ, ਹਰ ਤਾਜ ਕਾਤ ਕਾਹੂ ਕੇ ਜਾਹੀ। ਬਚਨ ਕਹੇ ਨੇ ਇਹਨਾਂ ਭਗਤਾਂ ਨੇ ਕਿ ਹੇ ਬੇਸ਼ਰਮ, ਕਿਉਂ ਨਹੀਂ ਤੂੰ ਸ਼ਰਮ ਕਰਦਾ? ਪਰਮੇਸ਼ਰ ਨੂੰ ਕਿਉਂ ਨਹੀਂ ਅਰਾਧਦਾ? ਉਹਨੂੰ ਛੱਡ ਕੇ ਕਿੱਥੇ ਜਾਵੇਂਗਾ? ਤੇਰੀ ਮੁਕਤੀ ਨਹੀਂ ਹੋਣੀ।
ਤਾੜਨਾ ਵੀ ਕੀਤੀ ਹੈ ਤੇ ਸ਼ਰ ਪ੍ਰੇਮ ਦੇ ਨਾਲ ਵੀ ਕਿਹਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕਹੇ, ਪ੍ਰੀਤਮ ਜਾਨ ਲੇਹੁ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ, ਚਹੂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾਡਤ, ਕੋਉ ਨਾ ਆਵਤ ਨੇਰੈ। ਪ੍ਰੇਮ ਦੇ ਨਾਲ ਵੀ ਬਚਨ ਕਹੇ ਨੇ ਨਾ। ਇਹ 1430 ਅੰਗਾਂ ਦੇ ਵਿੱਚ ਵਾਰ-ਵਾਰ ਸੰਗਤ ਜੀ ਪ੍ਰੇਰਨਾ ਦਿੱਤੀ ਪਰਮੇਸ਼ਰ ਦੇ ਨਾਮ ਜਪਣ ਬਾਰੇ, ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਵੀ ਸੰਸਾਰ ਦਾ ਤੇਰਾ ਸਹਾਇਕ ਨਹੀਂ ਬਣਨਾ। ਤੇ ਜਿਹੜਾ ਸਿੱਖ 1430 ਅੰਗਾਂ ਦੇ ਵਿੱਚੋਂ ਮਹਾਰਾਜ ਕੀ ਆਖਦੇ, ਇੱਥੇ ਬਹੁਤੇ ਨਹੀਂ, ਇੱਕ ਸ਼ਬਦ ਮੰਨ ਲਵੇ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਇੱਕ ਵੀ ਸਿੱਖਿਆ ਨੂੰ ਜੇ ਕਿਤੇ ਧਾਰਨ ਕਰ ਲਿਆ ਹੈ ਸਿੱਖ ਨੇ, ਤੇ ਕੀ ਹੋਣਾ ਹੈ, ਸੰਸਾਰ ਭਰ ਦੇ ਸਾਰੇ ਪਦਾਰਥ ਜਿਹੜੇ ਚਾਹੁੰਦਾ ਹੈ ਸਾਰੇ ਢੇਰੀ ਹੋ ਜਾਂਦੇ ਉਹਦੇ ਅੱਗੇ। ਪਰ ਮੰਨਣ ਵਾਲਾ ਤੇ ਬਣੇ। ਗੁਰੂ ਕੇ ਬਚਨ ਮੰਨਣੇ ਸੰਗਤ ਦੀ ਬਹੁਤੇ ਕਠਨ ਨੇ। ਕੰਨਾਂ ਦੇ ਨਾਲ ਅਜੇ ਸੁਣ ਲੈਣਾ, ਕੁਝ ਮਜ਼ਾ ਜਿਹਾ ਆ ਰਿਹਾ ਸੁਣ ਕੇ, ਕਿ ਹਾਂ ਭਾਈ ਗੱਲ ਜਿਹੜੀ ਬੜੀ ਮਸਾਲੇ ਵਾਲੀ ਹੈ। ਆਪਾਂ ਸਾਰੇ ਖਾਣ 'ਤੇ ਵੀ ਮਸਾਲੇ ਨੂੰ ਸੰਗਤ ਜੀ ਬਹੁਤੀ ਤਰਜੀਹ ਦੇ ਦਿੱਤੀ, ਅਤੇ ਸੁਣਨ ਦੇ ਵਿੱਚ ਵੀ ਮਸਾਲਾ ਹੀ ਸੁਣਦੇ ਹਾਂ। ਪਰ ਜਿਹੜੀ ਚੀਜ਼ ਅਸੀਂ ਧਾਰਨ ਕਰਨੀ ਸੀ, ਖਾ ਵੀ ਲਈ ਮਸਾਲੇ ਵਾਲੀ ਅਜੇ ਚੀਜ਼, ਪਰ ਜਿਹੜੇ ਗੁਰੂ ਕੇ ਬਚਨ ਨੇ ਉਹਨੂੰ ਆਪਾਂ ਜ਼ਬਤ ਕਰਨਾ ਨਹੀਂ ਚਾਹੁੰਦੇ, ਆਪਣੇ ਹਿਰਦੇ ਤੱਕ ਲੈ ਕੇ ਨਹੀਂ ਜਾਂਦੇ। ਕਿੱਦਾਂ ਦਿਆਲਤਾ ਹੋਵੇ ਗੁਰੂ ਦੀ। ਫਿਰ ਗੁਰੂ ਦਾ ਤੇ ਕੋਈ ਦੋਸ਼ ਨਹੀਂ ਨਾ ਇਹਦੇ ਅੰਦਰ, ਕਿ ਤੁਹਾਨੂੰ ਕੁਝ ਮਿਲ ਨਹੀਂ ਰਿਹਾ। ਆਪਾਂ ਤਰਲੇ ਕਰਦੇ ਗੁਰੂ ਅੱਗੇ, ਮਹਾਰਾਜ ਆਹ ਹੋ ਜਾਵੇ, ਆਹ ਮਿਲੇ ਸਾਨੂੰ। ਪਰ ਗੁਰੂ ਦੇ ਵੀ ਬਚਨ ਮੰਨੀਏ ਨਾ ਆਪਾਂ। ਹੁਣ ਪਿਤਾ ਸਾਨੂੰ ਕਵੇ, ਪੁੱਤਰ ਜਾ ਆਹ ਕੰਮ ਕਰਕੇ ਆ, ਤੂੰ ਜਾ ਕੇ ਖੇਤ ਚਲਿਆ ਜਾ ਤੇ ਆਹ ਕੰਮ ਕਰ। ਹੁਣ ਪੁੱਤਰ ਗੱਲ ਨਾ ਮੰਨੇ ਤੇ ਬਾਅਦ ਦੇ ਵਿੱਚ ਆਖੇ ਮੈਨੂੰ ਡੈਡੀ ਮੋਟਰਸਾਈਕਲ ਲੈ ਕੇ ਦੇ, ਤੇ ਉਹਨੇ ਆਖਣਾ ਗੱਲ ਤੇ ਮੇਰੀ ਮੰਨਦਾ ਨਹੀਂ, ਤੈਨੂੰ ਦਵਾਂ ਕੀ ਲੈ ਕੇ, ਜਾਂ ਤੇ ਤੂੰ ਚੰਗੇ ਥਾਂ ਉਹਨੂੰ ਵਰਤਣਾ ਵੀ ਹੋਵੇ, ਮੇਰੀ ਗੱਲ ਮੰਨੇ, ਜਾਵੇਂ ਇੱਧਰ ਉੱਧਰ ਜਾਣਾ ਤੂੰ ਪੁੱਠੇ ਪਾਸੇ ਹੈ, ਗੱਲ ਮੇਰੀ ਸੁਣਦਾ ਨਹੀਂ, ਕੀ ਦਈਏ ਤੈਨੂੰ ਲੈ ਕੇ। ਜਾਂ ਫਿਰ ਬੰਦਾ ਬਣ ਜਾ, ਸਾਡੇ ਹੁਕਮ ਅਨੁਸਾਰ ਹੈ ਤੇ ਤੈਨੂੰ ਦੇਵਾਂਗੇ। ਘਰਾਂ ਵਿੱਚ ਇਹ ਵਾਪਰਦੀਆਂ ਨੇ ਸਾਡੇ ਗੱਲਾਂ। ਫਿਰ ਆਪਾਂ ਕਿਉਂ ਨਹੀਂ ਸਮਝਦੇ, ਪਰਮੇਸ਼ਰ ਗੁਰੂ ਸਾਡੇ ਪਿਤਾ ਨੇ ਨਾ, ਸਾਡੇ ਪਿਤਾ ਦੇ ਸਮਾਨ ਨੇ। ਅਸਲੀ ਪਿਤਾ ਤੇ ਪਰਮੇਸ਼ਰ ਹੀ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਇਹੀ ਬਚਨ ਪੜ੍ਹਦੇ ਗੁਰਬਾਣੀ ਅੰਦਰ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਸ਼ਬਦ ਪੜ੍ਹਦਿਆਂ ਹੋਇਆਂ ਵੀ ਕਿਉਂ ਨਹੀਂ ਸਾਡੇ ਸਮਝ ਆ ਰਹੀ। ਵਾਰ-ਵਾਰ ਸੁਣਦੇ ਜ਼ਰੂਰ ਆ ਇਹਨਾਂ ਗੱਲਾਂ ਨੂੰ। ਜਿਨ੍ਹਾਂ ਨੇ ਬਚਨ ਮੰਨੇ ਸਾਰਾ ਕੁਝ ਮਿਲਿਆ ਉਹਨਾਂ ਨੂੰ। ਕੀ ਬਚਨ ਕਹੇ ਮਹਾਰਾਜ ਜੀ ਨੇ, ਬਹੁਤੇ ਨਹੀਂ। ਫਿਰ ਸਮਝੀਏ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜਪਜੀ ਸਾਹਿਬ ਦਾ ਪਾਠ ਕਰਦੇ ਆ, ਇਹਨੂੰ ਵਾਰ-ਵਾਰ ਜ਼ਰੂਰ ਆਪਣੇ ਜਿਹਨ ਦੇ ਵਿੱਚ ਲਿਆਈਏ ਸ਼ਬਦਾਂ ਨੂੰ, ਕੀ ਮਹਾਰਾਜ ਕਹਿ ਰਹੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਦੇ ਬੋਲ ਨੇ, ਕੋਈ ਹੋਰ ਨਹੀਂ ਕਹਿ ਰਿਹਾ। ਕੀ ਆਖਦੇ ਮਹਾਰਾਜ, ਸਿੱਖੋ ਇੱਕ ਹੀ ਗੱਲ ਮੰਨ ਲਓ ਕਿਤੇ। ਦੇਖੋ ਸੰਗਤ ਜੀ, ਗੁਰੂ ਦਾ ਤਰਲਾ ਹੀ ਹੈ ਨਾ, ਕਿ ਬਹੁਤੀ ਨਹੀਂ ਮੰਨੀ ਜਾਂਦੀ ਤੇ ਇੱਕ ਮੰਨ ਲਓ, ਤੇ ਗੁਰੂ ਕੀ ਸਿੱਖਿਆ ਨੂੰ ਧਾਰਨ ਕਰੋ। ਤੇ ਜਦੋਂ ਸਿੱਖਾਂ ਨੇ ਪੁੱਛਿਆ, ਮਹਾਰਾਜ ਇੱਕ ਮੰਨਾਂਗੇ ਤੇ ਕੀ ਮਿਲੇਗਾ। ਵੇਖੋ ਗੁਰੂ ਦੀ ਦਿਆਲਤਾ ਕਿੰਨੀ ਹੈ। ਇਹ ਗੁਰੂ ਨਾਨਕ ਦੇ ਦਰ ਅੰਦਰ ਹੀ ਐਸੀਆਂ ਕੁਝ ਬਰਕਤਾਂ ਨੇ, ਜਿੱਥੇ ਮਰਜ਼ੀ ਕੋਈ ਦੌੜ ਜਾਵੇ ਕਿ ਫਲਾਣੇ ਥਾਂ ਕੁਝ ਮਿਲਣਾ ਹੈ, ਕਿਸੇ ਅੰਦਰ ਐਸੀ ਸਮਰੱਥਾ ਨਹੀਂ ਜਿੱਥੋਂ ਇੰਨੀਆਂ ਸੌਖੀ ਚੀਜ਼ਾਂ ਮਿਲਦੀਆਂ ਹੋਣ, ਸੌਖੀਆਂ ਪ੍ਰਾਪਤ ਹੋਣ ਸਾਨੂੰ। ਮਹਾਰਾਜ ਆਖਦੇ, ਸਿੱਖੋ ਇੱਕੋ ਬਚਨ ਮੰਨ ਲਓ ਬਸ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਇੱਕ ਗੁਰੂ ਦੇ ਬਚਨ ਸੁਣ ਲਏ ਕਿਸੇ ਨੇ, ਬਾਰੀ ਤੇ ਪਦਾਰਥ ਸੰਗਤ ਜੀ ਢੇਰੀ ਹੋ ਹੀ ਜਾਣੇ ਸਾਡੇ ਅੱਗੇ। ਅੰਦਰ ਵੀ ਕੁਝ ਪਦਾਰਥਾਂ ਦੀ ਪ੍ਰਾਪਤੀ, ਉਹ ਕਿਹੜੇ ਨੇ ਵੇਖੋ, ਵੈਰਾਗ ਰੂਪੀ ਰਤਨ ਦੀ ਪ੍ਰਾਪਤੀ ਹੈ। ਫਿਰ ਅੱਗੇ ਗਿਆਨ ਰੂਪੀ ਜਵਾਹਰ ਦੀ ਪ੍ਰਾਪਤੀ ਹੈ।
ਮਨ ਰੂਪ ਸੰਗਤ ਜੀ ਮਾਣਕ ਦੀ ਪ੍ਰਾਪਤੀ ਹੋ ਗਈ। ਕਿੰਨਾ ਕੁਝ ਮਿਲਿਆ ਗੁਰੂ ਦੇ ਇੱਕ ਸ਼ਬਦ ਨੂੰ ਸੁਣ ਕੇ ਸਮਝਣ ਦੇ ਨਾਲ। ਅੰਦਰ ਦੇ ਖਜ਼ਾਨੇ ਵੀ ਪੂਰੇ ਹੋ ਗਏ। ਕਹਿ ਲਓ ਕਿ ਘਰ ਵੀ ਭਰ ਲਿਆ ਅਤੇ ਬਾਹਰ ਵੀ ਸਾਰਾ ਕੁਝ ਮਿਲਿਆ। ਆਪਾਂ ਬਾਹਰੋਂ ਚੀਜ਼ਾਂ ਲਿਆ ਕੇ ਘਰ ਵੀ ਭਰਦੇ ਨੇ, ਛੇਤੀ ਭਰ ਜਾਵੇ, ਛੇਤੀ ਭਰੇ। ਸਾਰਿਆਂ ਤੋਂ ਵੱਧ ਸਾਡੇ ਕੋਲ ਇਹ ਪੂੰਜੀ ਜੁੜ ਜਾਵੇ, ਬੈਂਕਾਂ ਵਿੱਚ ਜਮ੍ਹਾਂ ਕਰਾਉਂਦੇ ਆ। ਕਾਹਦੇ ਵਾਸਤੇ? ਕਿ ਗਾਂ ਅਗਲਾ ਪਾਸਾ ਸਾਡਾ ਸਵਰ ਜਾਵੇਗਾ। ਸਾਡੀ ਆਉਣ ਵਾਲੀਆਂ ਜਿਹੜੀਆਂ ਕੁਝ ਪੀੜ੍ਹੀਆਂ ਨੇ ਉਹ ਕੁਝ ਸੁਖੱਲੀਆਂ ਹੋ ਜਾਣਗੀਆਂ। ਪਰ ਇੱਥੇ ਕਿਉਂ ਨਹੀਂ ਸੰਗਤ ਜੀ ਸਮਝ ਰਹੇ ਕਿ ਮਹਾਰਾਜ ਆਖਦੇ ਸਿੱਖੋ ਅਗਲਾ ਪਾਸਾ ਤਾਂ ਸਵਰਨਾ ਹੈ ਜਦੋਂ ਜਿਹੜੇ ਗੁਰੂ ਕੇ ਬਚਨ ਨੇ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਇੱਕ ਸਿੱਖਿਆ ਨੂੰ ਧਾਰਨ ਕਰਨ ਦੇ ਨਾਲ ਮੱਤ ਵਿੱਚ ਰਤਨ ਜਵਾਹਰ ਮਾਣਕ, ਇਹ ਤਿੰਨਾਂ ਚੀਜ਼ਾਂ ਦੀ ਪ੍ਰਾਪਤੀ ਹੈ। ਹੁਣ ਇਹ ਪ੍ਰਾਪਤੀ ਕਿੱਥੋਂ ਹੋਣੀ ਹੈ? ਸੰਗਤ ਦੇ ਵਿੱਚ ਆਣ ਕੇ ਜਦੋਂ ਗੱਲ ਸੁਣਾਂਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ, ਫਿਰ ਸਾਨੂੰ ਪੜ੍ਹਨੇ ਪੈਣੇ ਨੇ। ਸੁਖਮਨੀ ਸਾਹਿਬ ਅੰਦਰ ਸਤਿਗੁਰਾਂ ਜੀ ਨੇ ਕਹੇ ਹੋਏ ਨੇ ਨਾ, ਚਾਰ ਪਦਾਰਥ ਜੇ ਕੋ ਮਾਗੈ ਸਾਧ ਜਨਾ ਕੀ ਸੇਵਾ ਲਾਗੈ। ਜੋ ਚਾਰ ਪਦਾਰਥਾਂ ਦੀ ਮੰਗ ਕਰਦਾ ਹੈ, ਚਾਰ ਪਦਾਰਥ ਕਿਹੜੇ? ਧਰਮ, ਅਰਥ, ਕਾਮ, ਮੋਖ। ਧਰਮ ਕਹਿੰਦੇ ਨੇ ਧਰਮੀ ਹੋਣਾ। ਜਿਹਦੇ ਅੰਦਰ 10 ਗੁਣ ਹੋਣ ਉਹ ਧਰਮੀ ਬੰਦਾ ਹੈ। 10 ਗੁਣ ਕਿਹੜੇ ਨੇ? ਖਿਮਾ, ਅਹਿੰਸਾ, ਦਇਆ, ਮ੍ਰਿਦ ਕੋਮਲਤਾ। 7 ਬਚਨ, ਸੱਚੇ ਬਚਨ ਕਹਿਣ ਵਾਲਾ ਹੋਵੇ, ਤਪੱਸਿਆ ਵਾਲਾ ਹੋਵੇ, ਦਾਨੀ ਹੋਵੇ। ਫਿਰ ਅੱਗੇ ਪਹਿਲਾਂ ਬਚਨ ਕਹੇ ਖਿਮਾ, ਅਹਿੰਸਾ, ਦਇਆ, ਮ੍ਰਿਦ। 7 ਬਚਨ ਤਪ, ਦਾਨ, ਸੀਲ, ਸ਼ੌਚ, ਸੁੱਚ ਪਵਿੱਤਰਤਾ ਰੱਖਦਾ ਹੋਵੇ। ਫਿਰ ਕੁਝ ਕੋਮਲ ਬਚਨ ਕਹਿੰਦਾ ਹੋਵੇ, ਮਿੱਠੇ ਬਚਨ ਬੋਲਦਾ ਹੋਵੇ। ਸੀਲ, ਸ਼ੌਚ, ਤਿਸਨਾ ਬਿਨਾ, ਵਾਸ਼ਨਾਵਾਂ ਤੋਂ ਰਹਿਤ ਹੋ ਜਾਵੇ। ਧਰਮ ਲਿੰਗ 10 ਜਾਣ, ਇਹ ਧਰਮ ਦੇ 10 ਚਿੰਨ੍ਹ ਨੇ। ਜਿਹਦੇ ਕੋਲ ਇਹ ਆ ਜਾਂਦਾ ਹੈ ਸਮਝ ਲਓ ਕਿ ਧਰਮ ਉਹਦੇ ਕੋਲ ਆ ਗਿਆ। ਜਿਹਦੇ ਕੋਲ ਇਹ ਗੁਣ ਨਹੀਂ ਹੁੰਦੇ ਉਹ ਧਰਮੀ ਨਹੀਂ ਬਣਦਾ। ਜੇ ਝੂਠ ਬੋਲਦਾ ਕੋਈ ਉਹ ਧਰਮੀ ਨਹੀਂ, ਮਾੜੇ ਕਰਮ ਕਰਦਾ ਧਰਮੀ ਨਹੀਂ। ਇਹ ਪ੍ਰਤੱਖ ਬਚਨ ਗ੍ਰੰਥਾਂ ਦੇ ਨੇ। ਅਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਚਾਰ ਪਦਾਰਥ ਜੇ ਕੋ ਮਾਗੈ ਸਾਧ ਜਨਾ ਕੀ ਸੇਵਾ ਲਾਗੇ। ਸੰਗਤ ਦੇ ਵਿੱਚ ਆ ਜਾਵੇ, ਸਾਧੂਆਂ ਦੀ ਸੰਗਤ ਕਰੇ। ਪਰ ਉੱਥੇ ਬਹਿ ਕੇ ਕਰਨਾ ਕੀ ਹੈ? ਉੱਥੇ ਵੀ ਗੁਰੂ ਕੇ ਬਚਨ ਮੰਨਣੇ ਨੇ। ਸਾਧੂ ਦੀ ਸੰਗਤ ਵਿੱਚ ਚਲੇ ਗਏ ਜਿਹੜਾ, ਤੇ ਪੂਰਨ ਸਾਧੂ ਸਾਨੂੰ ਇਹੀ ਕਹੇਗਾ ਭਾਈ ਗੁਰੂ ਨਾਲ ਜੁੜੋ ਅਤੇ ਗੁਰੂ ਦੇ ਸਤ ਕਰਕੇ ਬਚਨ ਮੰਨੋ। ਉਹ ਪਖੰਡੀ ਦੇਹਧਾਰੀ ਹੋਵੇਗਾ ਜਿਹੜਾ ਆਪਣੇ ਨਾਲ ਜੋੜਦਾ ਹੈ। ਜਿਨ੍ਹਾਂ ਨੇ ਆਪੇ ਨਾਲ ਜੋੜਿਆ ਕਿ ਮੈਂ ਹੀ ਸਾਰਾ ਕੁਝ ਹਾਂ। ਬ੍ਰਹਮੇ ਨੂੰ ਵੀ ਭਰਮ ਹੋ ਗਿਆ ਸੀ ਨਾ, ਜਦੋਂ ਕਮਲ ਦੀ ਨਾਭੀ ਦੇ ਵਿੱਚੋਂ ਪੈਦਾ ਹੋਇਆ ਅਤੇ ਇੱਧਰ ਉੱਧਰ ਦੇਖਿਆ ਅਤੇ ਸਾਰੇ ਬੰਨੇ ਪਾਣੀ ਪਾਣੀ ਸੀ ਅਤੇ ਹੱਸਣ ਲੱਗ ਪਿਆ। ਕਹਿੰਦਾ ਮੈਂ ਤਾਂ ਸੁਤੇ ਹੀ ਪ੍ਰਕਾਸ਼ ਹੋਇਆ, ਮੈਂ ਹੀ ਸਾਰਾ ਕੁਝ ਹਾਂ, ਸ੍ਰਿਸ਼ਟੀ ਦਾ ਮਾਲਕ ਹੀ ਮੈਂ ਹਾਂ। ਉਸ ਸਮੇਂ ਆਕਾਸ਼ਬਾਣੀ ਹੋਈ ਕਿ ਨਹੀਂ ਤੂੰ ਕਮਲ ਦੀ ਨਾਭੀ ਵਿੱਚੋਂ ਪੈਦਾ ਹੋਇਆ, ਅਤੇ ਭਰੋਸਾ ਨਾ ਆਇਆ। ਹਰੇਕ ਜੀਵ ਨੂੰ ਆਪੇ ਤੇ ਸੰਗਤ ਜੀ ਹੰਕਾਰ ਹੁੰਦਾ। ਇੱਕ ਵਾਰ ਲੱਤ ਮਾਰੀ ਕਮਲ ਦੀ ਨਾਭੀ 'ਤੇ, ਉਹਨੇ ਕੁਝ ਕਿਹਾ ਨਾ। 2 ਵਾਰ ਮਾਰੀ, ਤੀਸਰੀ ਵਾਰ ਮਾਰੀ, ਵਿੱਚੇ ਸੰਗਤ ਜੀ ਨਾਭੀ ਦੇ ਵਿੱਚ ਹੀ ਧੱਸ ਗਿਆ ਅਤੇ 18 ਯੁੱਗ ਸੰਗਤ ਜੀ ਥੱਲੇ ਲੰਘ ਗਿਆ। ਪਤਾ ਨਾ ਚੱਲੇ ਕਿ ਨਾਭੀ ਦਾ ਅੰਤ ਕਿੱਥੇ ਕੁ ਹੈ, ਕਿੰਨੀ ਕੁ ਨਾਭੀ ਹੁੰਦੀ ਹੈ, ਉਹਦੀ ਨਾੜੀ ਜੀ ਕਿੰਨੀ ਕੁ ਲੰਮੀ ਹੁੰਦੀ ਕਿਤੇ। ਬ੍ਰਹਮੇ ਨੂੰ 18 ਯੁੱਗ ਉਹਦਾ ਸੰਗਤ ਜੀ ਪਤਾ ਨਹੀਂ ਸੀ ਚੱਲਿਆ ਕਿ ਇਹਦਾ ਆਦਿ ਅੰਤ ਕਿੱਥੇ ਹੈ। ਕਹਿ ਲਓ ਕਿ ਜਦੋਂ ਬ੍ਰਹਮੇ ਵਰਗੇ ਸੰਗਤ ਜੀ ਹੰਕਾਰੀ ਹੋ ਕੇ ਕੁਝ ਲੈ ਨਾ ਸਕੇ, ਫਿਰ ਤਰਲਾ ਕੀਤਾ। 18 ਯੁੱਗ ਫਿਰ ਲੱਗੇ ਸੰਗਤ ਦੀ ਬਾਹਰ ਆਉਂਦੇ ਆ। ਧਰਮ, ਅਰਥ, ਕਾਮ, ਮੋਖ, ਜਿਹਦੇ ਅੰਦਰ ਇਹ ਕਹਿ ਲਓ ਔਗਣ ਭਰ ਜਾਂਦਾ ਹੈ ਵਿਸ਼ਾ, ਉਹ ਧਰਮੀ ਨਹੀਂ ਹੁੰਦਾ। ਮਾੜਾ ਕਰਮ ਕਰਨ ਵਾਲਾ, ਬ੍ਰਹਮੇ ਨੇ ਮਾੜਾ ਕਰਮ ਕੀਤਾ ਸੀ, ਹੰਕਾਰ ਦੇ ਵਿੱਚ ਆਣ ਕੇ ਲੱਤਾਂ ਮਾਰੀਆਂ ਕਮਲ ਦੀ ਨਾਭੀ ਨੂੰ, ਅਤੇ ਫਿਰ ਅੰਤ ਨਾ ਪਾ ਸਕਿਆ ਉਹਦਾ। ਅਤੇ ਧਰਮੀ ਬੰਦਾ ਕੌਣ ਹੈ? ਧਰਮ, ਅਰਥ, ਕਾਮ, ਮੋਖ, ਇਹ ਚੀਜ਼ਾਂ ਪ੍ਰਾਪਤ ਕਿੱਥੋਂ ਹੋਣੀਆਂ ਨੇ? ਜਾਂ ਧਰਮੀ ਬੰਦੇ ਦੀ ਗੱਲ ਜਿਹੜੀ ਸੀ,
ਜਦੋਂ ਸਾਡੇ ਕੋਲ ਇਹ ਗੁਣ ਨਹੀਂ ਆਉਂਦੇ, ਦਇਆ, ਖਿਮਾ, ਅਹਿੰਸਾ, ਜਦੋਂ ਜਿਹੜਾ ਬੰਦਾ ਜੀਵਾਂ ਨੂੰ ਮਾਰਦਾ ਹੈ ਉਹ ਵੀ ਧਰਮੀ ਨਹੀਂ ਹੈ। ਮਾਸ ਵੱਢ ਕੇ ਖਾਈ ਜਾਣਾ, ਮਹਾਰਾਜ ਕਹਿੰਦੇ ਨਹੀਂ ਧਰਮੀ ਉਹ। ਇਹ ਗ੍ਰੰਥਾਂ ਦੇ ਬਚਨ ਨੇ, ਵਿਦਾਂਤ ਗ੍ਰੰਥਾਂ ਨੇ ਬਚਨ ਕਹੇ ਨੇ ਕਿ ਜਿਹੜਾ ਖਿਮਾ, ਅਹਿੰਸਾ, ਜੀਵ ਘਾਤ ਕਰਦਾ ਹੈ ਉਹ ਕਿਸੇ ਤਰ੍ਹਾਂ ਵੀ ਧਰਮੀ ਨਹੀਂ ਬਣ ਸਕਦਾ। ਧਰਮ ਦੇ ਵਿੱਚ ਤੇ ਸੰਗਤ ਦੀ ਇਹ ਆਖਿਆ ਜਾਂਦਾ ਹੈ ਕਿ ਜੀਵਾਂ ਨੂੰ ਮਾਰਨਾ ਨਹੀਂ। ਕਿਸੇ ਵੇਲੇ ਆਖਦੇ ਨੇ ਸਰੀਰ ਦੀ ਤਾਕਤ ਵਾਸਤੇ ਇਹ ਮਾਸ ਆਦਿ ਖਾਈਦਾ ਹੈ, ਪਰ ਦੱਸੋ ਸੰਗਤ ਜੀ, ਸਰੀਰ ਦੀ ਤਾਕਤ ਵਾਸਤੇ ਜੇ ਗੱਲ ਕਰੀਏ ਤੇ ਵੱਡਾ ਜਾਨਵਰ ਕਿਹੜਾ? ਹਾਥੀ, ਗੈਂਡਾ, ਸ਼ੇਰ ਤੋਂ ਤੇ ਵੱਡੇ ਨੇ, ਕੀ ਇਹ ਮਾਸ ਖਾਂਦੇ ਨੇ? ਸ਼ੇਰ ਨਾਲੋਂ ਤੇ ਜ਼ਿਆਦਾ ਤਾਕਤ ਹੈ ਨਾ ਇਹਨਾਂ ਦੇ ਅੰਦਰ। ਕੀ ਮਾਸ ਖਾ ਕੇ ਸੰਗਤ ਜੀ ਇਹਨਾਂ ਦਾ ਏਡਾ ਆਕਾਰ ਹੋ ਗਿਆ? ਇਹ ਤੇ ਵਹਿਮ ਪੈ ਗਏ ਸਾਨੂੰ। ਭੋਜਨ ਪਾਣੀ ਦੇ ਨਾਲ ਚੰਗਾ ਭੋਜਨ ਛਕੋ, ਉਹਦੇ ਨਾਲ ਵੀ ਸਰੀਰ ਜਿਹੜਾ ਤੰਦਰੁਸਤ ਰਹਿੰਦਾ ਹੈ। ਇੱਥੇ ਮਹਾਰਾਜ ਆਖਦੇ ਨੇ, ਕਵੀ ਨੇ ਆਖਿਆ ਕਿ ਧਰਮੀ ਬੰਦਾ ਜਿਹੜਾ ਉਹ ਜੀਵਾਂ ਨੂੰ ਮਾਰੇਗਾ ਨਹੀਂ, ਸਗੋਂ ਬਚਾ ਬਚਾ ਕੇ ਰੱਖੇਗਾ। ਹਰੇਕ ਤੇ ਉਹਨੂੰ ਤਰਸ ਆਉਂਦਾ ਹੈ। ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਵਿੱਚ ਉਹ ਸਾਖੀਆਂ ਪੜ੍ਹਦੇ, ਜਦੋਂ ਸੰਗਤ ਜੀ ਕੀਰਤਪੁਰ ਸਾਹਿਬ ਰਿਹਾ ਕਰਦੇ ਸੀ ਤੇ ਲਾਗੇ ਬੰਨੇ ਜੰਗਲੀ ਇਲਾਕੇ ਦੇ ਵਿੱਚ ਜਦੋਂ ਸ਼ਿਕਾਰ ਖੇਡਣ ਜਾਂਦੇ ਤੇ ਕੋਈ ਜਾਨਵਰ ਜਦੋਂ ਉਹਨਾਂ ਨੂੰ ਬਿਮਾਰ ਨਜ਼ਰ ਹੀ ਆਉਂਦਾ, ਸ਼ਿਕਾਰ ਖੇਡਣ ਦਾ ਤੇ ਬਹਾਨਾ ਹੀ ਸੀ। ਗੁਰੂ ਤੇ ਸੰਗਤ ਜੀ ਕਲਿਆਣ ਕਰਦਾ ਹੈ। ਪੁਰਾਣੇ ਜਿਹੜੇ ਕੁਝ ਸੰਜੋਗਾਂ ਦੇ ਕਾਰਨ ਜਾਂ ਗੁਰੂ ਦੇ ਨਾਲ ਮੇਲ ਮਿਲਾਪ ਹੋਇਆ ਹੁੰਦਾ, ਉਹਨਾਂ ਦੀ ਕਲਿਆਣ ਹੀ ਆਪਣੇ ਬਚਨਾਂ ਨੂੰ ਪੂਰੀਆਂ ਕਰਨ ਵਾਸਤੇ ਕਰਦੇ ਆ। ਅਤੇ ਉੱਥੇ ਜੰਗਲ ਵਿੱਚ ਚਲੇ ਜਾਂਦੇ, ਜਿਹੜੇ ਕਿਤੇ ਬਿਮਾਰ ਦੇਖਦੇ ਜਾਨਵਰ, ਉਹਨਾਂ ਨੂੰ ਲਿਆ ਕੇ ਅਤੇ ਇੱਥੇ ਵੱਡਾ ਤਬੇਲਾ ਜਿਹਾ ਬਣਾਇਆ ਹੁੰਦਾ ਸੀ ਅਤੇ ਉੱਥੇ ਵੈਦ ਹਕੀਮ ਰੱਖੇ। ਉੱਥੇ ਜਾਨਵਰਾਂ ਨੂੰ ਫਿਰ ਸੰਗਤ ਜੀ ਸਾਂਭਿਆ ਜਾਂਦਾ। ਜਦੋਂ ਤੰਦਰੁਸਤ ਹੋ ਜਾਂਦੇ ਫਿਰ ਛੱਡ ਦਿੱਤੇ, ਜੰਗਲ ਦੇ ਵਿੱਚ ਜਾ ਕੇ ਛੱਡ ਦਿਆ ਕਰਦੇ ਸੀ। ਇਹ ਗੁਰੂ ਨਾਨਕ ਦੇ ਦਰ ਅੰਦਰ ਸੰਗਤ ਜੀ ਇਹ ਦਿਆਲਤਾ ਸਾਨੂੰ ਮਿਲਦੀ ਹੈ। ਇਹਦੇ ਅੰਦਰ ਹੀ ਐਸੀ ਕੋਮਲਤਾ ਹੈ। ਅਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜੇ ਤੁਸੀਂ ਚਾਹੁੰਦੇ ਹੋ ਸੰਗਤ ਵਿੱਚ ਆਣ ਕੇ, ਫਿਰ ਇਹ ਥੋੜ੍ਹਾ ਨੱਚਣਾ ਖੇਡਣਾ ਥੋੜ੍ਹਾ ਹੈ। ਜਿੱਦਾਂ ਆਪਾਂ ਦੇਖਦੇ ਕਈ ਥਾਵਾਂ 'ਤੇ ਉਹ ਕਹਿੰਦੇ ਅਸੀਂ ਗੁਰੂ ਆ, ਉਹ ਲਾ ਕੇ ਸੰਗਤ ਜੀ ਡੀਜੇ ਆਦਿਕ ਅਤੇ ਭੰਗੜਾ ਪਵਾਈ ਜਾਂਦੇ ਨੇ। ਇੱਥੇ ਆਣ ਕੇ ਕੀ ਵਚਨ ਮੰਨਣਾ ਹੈ? ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣਨੀ। ਗੁਰੂ ਦੀ ਇੱਕ ਸਿੱਖਿਆ ਸੁਣਨੀ ਹੈ। ਅਤੇ ਉਹ ਸਿੱਖਿਆ ਦੇ ਵਿੱਚ ਇਹ ਵੀ ਮਹਾਰਾਜ ਜੀ ਨੇ ਆਖਿਆ ਹੈ ਕਿ ਨੱਚਣਾ ਕੁੱਦਣਾ ਮਨ ਕਾ ਚਾਓ। ਇਹ ਤਾਂ ਮਨ ਜਿਹੜਾ ਸਾਡਾ ਸੰਗਤ ਜੀ ਬਾਂਦਰ ਦੀ ਨਿਆਈ ਹੈ। ਕਦੀ ਟਿਕਾ ਦੇ ਵਿੱਚ ਆਉਂਦਾ, ਕਦੀ ਕੁਝ ਕਹਿੰਦਾ, ਕਦੀ ਕੁਝ ਕਹਿੰਦਾ, ਆਉਂਦਾ ਹੀ ਨਹੀਂ ਟਿਕਾ ਵਿੱਚ ਕਦੀ ਇਹ। ਫਿਰ ਤੇ ਜੇ ਜਦੋਂ ਇਹ ਕੁਝ ਕਹਿੰਦਾ ਉਦੋਂ ਆਪਾਂ ਉਹ ਕਿਉਂ ਨਹੀਂ ਕੁਝ ਕਰਦੇ? ਇਹ ਜਿਹੜੀਆਂ ਗੁੰਝਲਾਂ ਨੇ ਸਾਨੂੰ ਸਮਝਣੀਆਂ ਪੈਣਗੀਆਂ ਜੇ ਗੁਰੂ ਦੀ ਪ੍ਰਸੰਨਤਾ ਲੈਣੀ ਹੈ। ਇੱਕ ਬਚਨ ਮੰਨਣ ਦੇ ਨਾਲ ਮਹਾਰਾਜ ਕਹਿੰਦੇ, ਸੰਗਤ ਵਿੱਚ ਆਣ ਕੇ ਚਾਰ ਪਦਾਰਥ ਜੇ ਕੋ ਮਾਗੇ, ਸਾਧ ਜਨਾ ਕੀ ਸੇਵਾ ਲਾਗੇ। ਸੰਗਤ ਵਿੱਚ ਆਣ ਕੇ ਹੁਣ ਕੀ ਸੁਣਨਾ, ਪੜ੍ਹਨਾ, ਵਿਚਾਰਨਾ ਹੈ, ਇਹ ਵੀ ਸਾਨੂੰ ਪਤਾ ਹੋਵੇ ਨਾ। ਗੁਰੂ ਕੋਲ ਆਣ ਕੇ ਕੀ ਬਚਨ ਆਪਾਂ ਸੁਣਨੇ ਨੇ, ਸਰਵਣ ਕਰਨੇ ਨੇ। ਹੁਣ ਇੱਥੇ ਆਣ ਕੇ ਅਸੀਂ ਬੈਠੇ ਹਾਂ, ਸਾਨੂੰ ਬੈਠਣ ਦਾ ਪਤਾ ਹੋਵੇ। ਇਹ ਵਿਚਾਰਾਂ ਸੰਗਤ ਜੀ ਜਿਹੜੀਆਂ ਆਪਾਂ ਇੱਥੇ ਕਰਦੇ ਹਾਂ, ਜਿੰਨਾ ਚਿਰ ਇਹਨੂੰ ਅਮਲੀ ਜੀਵਨ ਦੇ ਵਿੱਚ ਨਹੀਂ ਲਿਆਉਂਦੇ। ਕਿਸੇ ਵੇਲੇ ਕਥਾ ਚੱਲਦੀ ਹੋਵੇ, ਪਤਾ ਵੀ ਹੈ ਕਿ ਇਹ ਇੰਟਰਨੈਟ 'ਤੇ ਪਾਈ ਜਾਂਦੀ, ਕਈ ਥਾਵਾਂ 'ਤੇ ਦੇਖੀਦਾ, ਚਲੋ ਇੱਥੇ ਵੀ ਹੈ, ਹੋਰ ਥਾਵਾਂ 'ਤੇ ਬਹੁਤਾ ਦੇਖੀਦਾ ਹੈ। ਜਦੋਂ ਕਥਾ ਚੱਲਦੀ ਹੈ, ਕਥਾ ਸੁਣਨੀ ਨਹੀਂ, ਕੁਝ ਕੀਰਤਨ, ਕੁਝ ਗੁਰਬਾਣੀ ਚੱਲਦੀ ਹੈ, ਨਹੀਂ ਸੁਣਨੀ। ਕੀ ਕਰਨਾ? ਆਉਂਦੇ ਸਾਰ ਆਪਾਂ ਮੱਥਾ ਟੇਕਿਆ, ਦੇਖਿਆ ਕਿਹੜਾ ਬਲਬ ਨਹੀਂ ਜਗਿਆ ਅਤੇ ਕਿਹੜਾ ਜਗਿਆ ਹੈ। ਛੇਤੀ ਛੇਤੀ ਸੁੱਚ ਨੱਪੀ ਜਾਣੇ ਸਾਰੀ ਸੰਗਤ ਦਾ ਧਿਆਨ ਉੱਧਰ ਹੋ ਜਾਂਦਾ, ਪੱਖੇ ਚਲਾਈ ਜਾਣੇ, ਬੰਦ ਕਰ ਦੇਣੇ। ਇਹ ਕਿਹੜੇ ਸੰਗਤ ਦੀ ਆਪਾਂ ਕਰਮ ਫੜ ਲਏ? ਆਣ ਕੇ ਜਿੱਥੇ ਥਾਂ ਮਿਲਦਾ ਉੱਥੇ ਬਹਿ ਜਾਣਾ ਚਾਹੀਦਾ ਚੁੱਪ ਕਰਕੇ। ਤੁਸੀਂ ਕਿਤੇ ਬਹੁਤੇ ਠੰਡੇ ਇਲਾਕੇ ਦੇ ਵਿੱਚੋਂ ਨਹੀਂ ਆਏ ਕਿ ਬਾਕੀ ਸੰਗਤ ਬੈਠੀ ਤੁਹਾਨੂੰ ਗਰਮੀ ਲੱਗਦੀ। ਇਹ ਕਿਹੜੇ ਕਰਮਾਂ ਨੂੰ ਆਪਾਂ, ਹਰੇਕ ਗੁਰੂ ਘਰ ਦੇ ਵਿੱਚ ਐਸਾ ਵਿਵਹਾਰ ਹੋ ਰਿਹਾ, ਜਿੱਥੇ ਜਾਈਏ ਦੇਖਦੇ ਹਾਂ ਪਾਠੀ ਸਿੰਘ ਪਾਠ ਕਰਦੇ ਨੇ
ਤੁਹਾਨੂੰ ਪਤਾ ਹੈ ਤੁਹਾਡੀ ਜ਼ਿੰਮੇਵਾਰੀ ਹੈ ਕਿ ਸ਼ਾਮ ਨੂੰ ਬੱਤੀਆਂ ਜਗਾਉਣੀਆਂ ਨੇ, ਸਵੇਰ ਨੂੰ ਬੰਦ ਕਰਨੀਆਂ ਨੇ, ਜਾਂ ਤਾਂ ਪਹਿਲਾਂ ਜਗਾਓ ਫਿਰ ਆਣ ਕੇ ਸ਼ਾਮ ਦੇ ਸਮੇਂ, ਕਿ ਇਹ ਹੁਣ ਦੀਵਾਨ ਸੱਜਣਗੇ ਅਤੇ ਆਪਾਂ ਸਾਰੀ ਲਾਈਟ ਜਿਹੜੀ ਹੈ ਉਹ ਜਗਾ ਦਈਏ। ਪਤਾ ਚੱਲ ਗਿਆ ਜਦੋਂ ਭਾਈ ਨੇ ਸਪੀਕਰ ਫੜ ਲਿਆ ਹੈ, ਉਸ ਸਮੇਂ ਟਕ ਟਕ ਸਾਰੇ ਬੰਨੇ ਲਾ ਛੱਡੀ ਦੀ ਹੈ, ਨਾ ਆਪ ਸੁਣਨੀ ਨਾ ਸੁਣ ਦੇਣੀ। ਇਹ ਗੁਰੂ ਕੇ ਬਚਨ ਆਪਾਂ ਮੰਨਣ ਆਉਂਦੇ ਆ ਕਿ ਰੌਲਾ ਪਾਉਣ ਵਾਸਤੇ? ਮਹਾਰਾਜ ਕੀ ਆਖਦੇ ਨੇ? ਗੁਰਾ ਵਾਹਿਗੁਰੂ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਹੁਣ ਗੁਰੂ ਕੀ ਸਿੱਖਿਆ ਕੀ ਹੈ? ਕਈ ਵਾਰ ਆਪਾਂ ਇਹ ਸ਼ਬਦ ਸੁਣਿਆ ਹੈ ਕਿ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੇ ਦੁਆਰੇ 'ਤੇ ਆਣ ਕੇ ਸੋਝੀ ਪਾਉਣੀ ਸੀ। ਸਾਡੀ ਤੇ ਹੋਰ ਸੰਗਤ ਦੀ ਹਾਲਤ ਵਿਗੜਦੀ ਜਾ ਰਹੀ। ਲੰਮਾ ਹੋ ਗਿਆ ਸਮਾਂ ਸੰਗਤ ਕਰਦਿਆਂ। ਕਿਉਂ ਨਹੀਂ ਸਾਡੇ ਜੀਵਨ ਅੰਦਰ ਇਹ ਸ਼ਾਂਤੀ ਆ ਰਹੀ? ਕਿਉਂ ਨਹੀਂ ਚੰਗੇ ਗੁਣ ਅਸੀਂ ਧਾਰਨ ਕਰ ਰਹੇ? ਕਿਉਂਕਿ ਗੁਰੂ ਦੇ ਬਚਨ ਤੇ ਮੰਨੇ ਨਹੀਂ, ਸੁਣੇ ਨਹੀਂ। ਜਦੋਂ ਆਣ ਕੇ ਧਿਆਨ ਹੀ ਸੰਗਤ ਜੀ ਉਹ ਬੋਰਡ 'ਤੇ ਰੱਖਿਆ ਕਿ ਸਵਿੱਚ ਕਿਹੜਾ ਬੰਦ ਕਿਹੜਾ ਚਲਾਉਣਾ ਹੈ, ਫਿਰ ਸੁਣਨੀ ਕਿੱਥੋਂ ਗੱਲ ਆਪਾਂ? ਕਈ ਵਾਰ ਦੱਸਿਆ ਕਿ ਜਦੋਂ ਗੁਰੂ ਕੀ ਹਜ਼ੂਰੀ ਵਿੱਚ ਆ ਜਾਈਏ, ਮੁੱਖ ਵਾਕ ਹੁੰਦੇ ਹੋਣ, ਉਸ ਸਮੇਂ ਜਿੱਥੇ ਜਿੱਥੇ ਸਾਨੂੰ ਥਾਂ ਮਿਲਦਾ ਨਤਮਸਤਕ ਹੋ ਕੇ ਉੱਥੇ ਬਹਿ ਜਾਓ ਬਸ। ਜਦੋਂ ਕਿਤੇ ਹੋਰ ਕਿਤੇ ਬਾਹਰ ਜਾਈਏ, ਗੁਰੂ ਦਾ ਜਿਹੜਾ ਫਰਮਾਨ ਹੈ ਇਹ ਮਹਾਰਾਜ ਸਾਨੂੰ ਸੁਣਾਉਣ ਵਾਸਤੇ ਕਹਿ ਰਹੇ, ਸਿੱਖੋ ਅੱਜ ਇੱਦਾਂ ਜੀਵਨ ਬਤੀਤ ਕਰਨਾ ਤੁਸੀਂ। ਸਲਾਹ ਕਿਸੇ ਕੋਲ ਲੈਣ ਜਾਈਏ, ਪੁੱਛੀਦਾ ਭਾਈ ਦੱਸੀ ਸਲਾਹ ਕਿੱਦਾਂ? ਹੁਣ ਉਹ ਸਲਾਹ ਦੇਵੇ ਅਤੇ ਉਹਦੇ ਘੇਰੇ ਤੁਰੇ ਫਿਰੀਏ ਆਪਾਂ। ਉਹਨੇ ਆਖਣਾ ਟੇਕ ਕੇ ਬਹਿ ਪਹਿਲਾਂ, ਫਿਰ ਹੀ ਤੈਨੂੰ ਸਮਝਾਵਾਂਗਾ ਨਾ। ਹੁਣ ਮਹਾਰਾਜ ਇੱਧਰੋਂ ਮੁੱਖ ਵਾਕ ਦੇ ਰਹੇ ਅਤੇ ਆਪਾਂ ਪਰਿਕਰਮਾ ਕਰੀ ਜਾਂਦੇ ਆ, ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਉੱਚੀ ਉੱਚੀ। ਕਿਉਂ ਨਹੀਂ ਆਪਾਂ ਸਿੱਖਣ ਦਾ ਯਤਨ ਕਰ ਰਹੇ ਗੁਰੂ ਕੋਲ ਆਣ ਕੇ? ਕਿਉਂ ਆਪਾਂ ਇੱਕ ਬਚਨ ਜਿਹੜਾ ਮਹਾਰਾਜ ਇੱਥੇ ਕਹਿ ਰਹੇ ਨੇ, ਇੱਕ ਬਚਨ ਇਹੀ ਮੰਨ ਲਈਏ ਕਿ ਸ਼ਾਂਤੀ ਸਾਨੂੰ ਆਵੇ, ਸ਼ਾਂਤੀ 'ਚ ਬਹਿ ਜਾਈਏ ਆਣ ਕੇ। ਜੇ ਇੱਕ ਗੁਰ ਕੀ ਸਿੱਖ ਸੁਣੀ, ਇਹੀ ਸਿੱਖਿਆ ਸੁਣ ਲਈਏ ਕਿ ਸੰਗਤ ਵਿੱਚ ਬਹਿਣਾ ਕਿੱਦਾਂ ਆਣ ਕੇ। ਬਾਕੀ ਤਾਂ ਚਲੋ ਦੂਰ ਦੀਆਂ ਰਹੀਆਂ, ਜਦੋਂ ਮੁੱਖ ਵਾਕ ਹੁੰਦੇ ਜਿੱਥੇ ਥਾਂ ਮਿਲਦਾ ਉੱਥੇ ਬਹਿ ਜਾਓ। ਇਹ ਨਹੀਂ ਇੱਥੇ ਹੀ ਇਹਨਾਂ ਸਥਾਨਾਂ 'ਤੇ ਕਿ ਹੁਣ ਗਿਆਨੀ ਜੀ ਕਹਿ ਦਿੰਦੇ ਨੇ, ਰੌਲਾ ਪਾ ਦਿੰਦੇ ਕਿ ਨਾ ਇਹ ਕਰਮ ਕਰਿਆ ਕਰੋ, ਇੱਥੋਂ ਡਰਦੇ ਮਾਰੇ ਤੇ ਬਹਿ ਜਾਣਾ। ਹੋਰ ਕਿਤੇ ਗੁਰੂ ਘਰ ਦੇ ਵਿੱਚ ਗਏ ਤੇ ਉਹੀ ਕੰਮ ਫੇਰ। ਇਹ ਤਾਂ ਨਹੀਂ। ਗੁਰੂ ਦਾ ਭੈ ਮੰਨਣਾ ਕਿਸੇ ਬੰਦੇ ਦਾ ਨਹੀਂ ਮੰਨਣਾ। ਪ੍ਰਚਾਰਕ ਸੰਗਤ ਜੀ ਬਸ ਸਮਝਾਉਣ ਵਾਸਤੇ ਹੁੰਦੇ ਨੇ, ਇਹ ਡਰ ਬਣਾਉਣ ਵਾਸਤੇ ਨਹੀਂ। ਗੁਰੂ ਦਾ ਡਰ ਰੱਖਣਾ ਚਾਹੀਦਾ, ਕਿਸੇ ਬੰਦੇ ਦਾ ਨਹੀਂ। ਜਦੋਂ ਗੁਰੂ ਤੋਂ ਡਰਾਂਗੇ ਫਿਰ ਪਾਪ ਕਰਮ ਕਰਨ ਤੋਂ ਵੀ ਬਚਾਂਗੇ। ਅਤੇ ਜਦੋਂ ਸਾਨੂੰ ਅਜੇ ਤੱਕ 50 ਸਾਲ 20 ਸਾਲ ਜਿੰਨੇ ਵੀ ਕਿਸੇ ਨੂੰ ਹੋ ਗਏ, ਇੰਨਾ ਨਹੀਂ ਪਤਾ ਚੱਲਿਆ ਕਿ ਹੁਣ ਬਾਣੀ ਚੱਲਦੀ ਹੈ ਬਹਿ ਜਾਈਏ ਸ਼ਾਂਤੀ ਨਾਲ, ਹੁਣ ਗੁਰੂ ਕੇ ਬਚਨ ਸੁਣ ਲਈਏ। ਅਤੇ ਜਦੋਂ ਅਸੀਂ ਕਿਸੇ ਦੀ ਗੱਲ ਨਹੀਂ ਸੁਣਦੇ, ਸਾਨੂੰ ਚਾਹ ਪਾਣੀ ਵੀ ਨਹੀਂ ਕਿਸੇ ਨੇ ਪੁੱਛਣਾ। ਕਿਸੇ ਦੇ ਘਰ ਜਾਵਾਂਗੇ, ਉਹ ਇੱਧਰ ਉੱਧਰ ਤੁਰੇ ਫਿਰੀਏ, ਉਹਦੀ ਗੱਲ ਸੁਣੀਏ ਨਾ। ਜਿਹੜੇ ਕੰਮ ਵਾਸਤੇ ਕਿਸੇ ਨੇ ਬੁਲਾਇਆ ਹੋਵੇ ਸਾਨੂੰ, ਆਓ ਤੁਹਾਨੂੰ ਚੰਗੀ ਸਿੱਖਿਆ ਦਈਏ, ਇੱਦਾਂ ਚੱਲੋਗੇ ਤੁਹਾਡੇ ਦੁੱਖ ਖਤਮ ਹੋ ਜਾਣਗੇ, ਤੁਹਾਡਾ ਪਰਿਵਾਰ ਜਿਹੜਾ ਹੈ ਮਿਲ ਕੇ ਚੱਲੇਗਾ। ਉਹਦੀ ਜਾ ਕੇ ਗੱਲ ਨਾ ਸੁਣੀਏ, ਉਹ ਗੱਲ ਸਮਝਾਵੇ ਅਤੇ ਆਪਾਂ ਅੱਗੇ ਅੱਗੇ ਭੱਜੇ ਫਿਰੀਏ ਉਹਦੇ ਤੋਂ। ਅਤੇ ਕੀ ਕਹੇਗਾ ਉਹ? ਚੱਲ ਤੂੰ ਆਪਣੇ ਘਰ ਹੀ ਚੰਗਾ, ਇੱਦਾਂ ਹੀ ਠੀਕ, ਤੁਸੀਂ ਦੁਖੀ। ਅਤੇ ਗੁਰੂ ਨੇ ਵੀ ਸੰਗਤ ਜੀ ਫਿਰ ਇਸੇ ਤਰ੍ਹਾਂ ਸਾਡੇ ਨਾਲ ਵਰਤਾਉਣਾ ਹੈ। ਜਦੋਂ ਆਣ ਕੇ ਮੁੱਖ ਵਾਕ ਹੁੰਦੇ ਅਤੇ ਸੁਣੇ ਹੀ ਨਾ ਕਦੀ, ਘੇਰੇ ਤੁਰੇ ਫਿਰਦੇ ਰਹੇ। ਕਈਆਂ ਨੂੰ ਇਹੀ ਹੁੰਦਾ ਹੈ ਕਿ ਜਦੋਂ ਰੁਮਾਲਾ ਮਹਾਰਾਜ ਜੀ ਤੋਂ ਲੱਥੇਗਾ ਉਦੋਂ ਹੀ ਦਰਸ਼ਨ ਹੋਣਗੇ। ਕਈਆਂ ਦੇ ਮਨ ਅੰਦਰ ਇਹੀ ਖਿਆਲ ਹੁੰਦੇ ਨੇ। ਵੱਡੇ ਵੱਡੇ ਅਸਥਾਨਾਂ 'ਤੇ ਆਪਾਂ ਜਾਂਦੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚਲੇ ਗਏ, ਕੀ ਉੱਥੇ ਆਪਾਂ ਸਾਨੂੰ ਕਰਾਉਂਦੇ ਦਰਸ਼ਨ? ਉਹ ਰੁਮਾਲਾ ਸਾਹਿਬ ਮਹਾਰਾਜ ਜੀ ਦਾ ਉਤਾਰ ਕੇ ਆਪਾਂ ਦਰਸ਼ਨ ਕਰਕੇ ਆਉਂਦੇ। ਇਹ ਸਿੱਖਾਂ ਨੂੰ ਤਾਂ ਇੰਨਾ ਨਹੀਂ ਸਮਝ ਆਈ ਅਜੇ ਤੱਕ ਕਿ ਗੁਰੂ ਕੇ ਦਰਸ਼ਨ ਕਿੱਦਾਂ ਕਰੀਦੇ ਨੇ। ਜਦੋਂ ਮੁੱਖ ਵਾਕ ਹੋਵੇ ਉਦੋਂ ਸ਼ਾਂਤੀ ਧਾਰੋ। ਜਿੱਥੇ ਵੀ ਬੈਠੇ ਆ, ਜਿੱਥੇ ਸਾਨੂੰ ਥਾਂ ਮਿਲਦਾ ਉੱਥੇ ਬਹਿ ਜਾਓ। ਮੁੱਖ ਵਾਕ ਸਮਾਪਤ ਹੋ ਗਏ, ਫਿਰ ਆਣ ਕੇ ਗੋਲਕ ਵਿੱਚ ਪੈਸੇ ਪਾ ਕੇ ਦਰਸ਼ਨ ਕਰ ਲਓ, ਮੱਥਾ ਟੇਕ ਲਓ, ਮਹਾਰਾਜ ਨਤਮਸਤਕ ਹੋ ਜਾਓ। ਇਹ ਗੱਲਾਂ ਕਿਹਨਾਂ ਨੇ ਸਿੱਖਣੀਆਂ? ਅਸੀਂ ਮੁਸਲਮਾਨਾਂ ਥੋੜ੍ਹਾ ਇਹ ਗੱਲਾਂ ਪੱਲੇ ਬੰਨਣੀਆਂ ਨੇ, ਜਾਂ ਹੋਰ ਕਿਸੇ ਨੇ ਬੰਨਣੀਆਂ ਨੇ। ਜਿਨ੍ਹਾਂ ਨੇ ਸਿੱਖੀ ਧਾਰੀ ਉਹਨਾਂ ਹੀ ਇਹ ਗੱਲ ਨੂੰ ਸੁਣਨਾ ਹੈ ਨਾ।
ਇੱਥੇ ਆਪਾਂ ਗੁਰੂ ਕੀ ਹਜ਼ੂਰੀ ਅੰਦਰ ਆਏ ਇਹ ਗੱਲਾਂ ਹੀ ਸਿੱਖਣ ਵਾਸਤੇ ਆਏ ਆ ਨਾ। ਬੱਚੇ ਨੂੰ ਸਕੂਲ ਭੇਜਦੇ ਆ ਕਿ ਉਹ ਕੁਝ ਸਿਆਣਾ ਬਣ ਜਾਵੇ, ਪਤਾ ਚੱਲੇ ਇਹਨੂੰ ਸੰਸਾਰ ਅੰਦਰ ਕਿੱਦਾਂ ਵਿਚਰਨਾ। ਅਤੇ ਗੁਰੂ ਕੋਲ ਕਿਉਂ ਆਏ ਗੁਰਦੁਆਰਾ ਸਾਹਿਬ, ਕਿ ਸਾਨੂੰ ਪਤਾ ਚੱਲੇ ਕਿ ਕਿੱਦਾਂ ਵਿਵਹਾਰ ਕਰਨਾ ਹੈ ਬਾਹਰ ਅਤੇ ਇੱਥੇ ਗੁਰੂ ਕੀ ਹਜ਼ੂਰੀ ਵਿੱਚ। ਅਤੇ ਜਦੋਂ ਸੰਗਤ ਜੀ ਸਾਨੂੰ ਉੱਥੇ ਹਰਿਮੰਦਰ ਸਾਹਿਬ ਨਹੀਂ ਦਰਸ਼ਨ ਕਰਾਉਂਦੇ, ਰੁਮਾਲਾ ਸਾਹਿਬ ਚੱਕ ਕੇ, ਫਿਰ ਇੱਥੇ ਕਿਉਂ ਆਪਾਂ ਸੋਚਦੇ ਉੱਦਾਂ ਦਰਸ਼ਨ ਨਹੀਂ ਹੁੰਦੇ। ਫਿਰ ਇਹ ਸਾਨੂੰ ਗੱਲਾਂ ਜਿਹੜੀਆਂ ਨੇ ਜ਼ਰੂਰ ਪੱਲੇ ਬੰਨਣੀਆਂ ਪੈਣਗੀਆਂ। ਰਹੋ ਵਿਚਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਸੋਹਣੇ ਬੋਲ ਕਿ ਸਿੱਖਾ ਬਹੁਤੀ ਗੱਲ ਨਹੀਂ ਤੈਨੂੰ ਕਹਿੰਦੇ, ਇੱਕੋ ਗੱਲ ਮੰਨ ਬਸ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਇੱਕ ਵੀ ਸੁਣ ਲਈ ਗੱਲ, ਸੰਸਾਰ ਭਰ ਦੇ ਸਾਰੇ ਪਦਾਰਥ ਤੇਰੀ ਝੋਲੀ ਵਿੱਚ ਡਿੱਗਣਗੇ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬੋਲ ਨੇ। ਆਪਾਂ ਤੇ ਚਾਹੁੰਦੇ ਕੁਝ ਆ ਮਿਲੇ, ਕੁਝ ਆ ਮਿਲੇ। ਮਹਾਰਾਜ ਕੀ ਕਹਿੰਦੇ ਨੇ, ਹੀਰੇ ਜਵਾਹਰਾਤ ਤੁਹਾਨੂੰ ਪ੍ਰਾਪਤ ਹੋ ਜਾਣਗੇ ਜੇ ਇੱਕ ਵੀ ਗੁਰੂ ਦੀ ਗੱਲ ਸੁਣ ਲਈ, ਸੁਣ ਕੇ ਤੇ ਉਹਨੂੰ ਮੰਨ ਲਿਆ। ਤੇ ਆਪਾਂ ਜਦੋਂ ਸੁਣਨੀ ਨਹੀਂ, ਫਿਰ ਮੰਨਣ ਵਾਲੀ ਗੱਲ ਤੇ ਦੂਰ ਰਹਿ ਗਈ। ਸੁਣਦੇ ਕਿੱਥੇ ਆਪਾਂ? ਉਹ ਗੱਲਾਂ ਆਪਾਂ ਤੇ ਦੂਰ ਕਰ ਦਿੰਦੇ ਕਿ ਇਹ ਕਿਸੇ ਨੂੰ ਹੋਰ ਨੂੰ ਕਹੀ ਜਾ ਰਹੀ ਹੈ, ਸਾਨੂੰ ਥੋੜ੍ਹੀ ਕਹੀ ਜਾ ਰਹੀ। ਇਹ ਜਿਹੜੀ ਗੁਰੂ ਦੇ ਬਚਨ ਨੇ, ਇਹ ਮੈਨੂੰ ਨਹੀਂ, ਆਹ ਜਿਹੜਾ ਮੇਰੇ ਲਾਗੇ ਬੈਠਾ ਇਹਨੂੰ ਕਿਹਾ ਜਾ ਰਿਹਾ ਹੈ, ਬਾਬਾ ਜੀ ਇਹਨੂੰ ਕਹਿ ਰਹੇ ਨੇ। ਇਹ ਆਪਾਂ ਸਾਰੇ ਦੇਖੀਏ, ਸਾਡੇ ਮਨਾਂ ਅੰਦਰ ਇੱਦਾਂ ਹੋਵੇਗਾ ਜ਼ਰੂਰ। ਅਸੀਂ ਸੋਚਦੇ ਇਹ ਸਾਨੂੰ ਨਹੀਂ, ਇਹ ਆਹ ਜਿਹੜਾ ਲਾਗੇ ਬੈਠਾ ਸਾਡੇ ਇਹਨੂੰ ਕਹੀ ਜਾ ਰਹੀ। ਜਾਂ ਹੋਰ ਜਿਹੜੇ ਗੁਰੂ ਘਰ ਨੇ, ਹੋਰ ਜਿਹੜੀ ਸੰਗਤ ਘਰੇ ਬੈਠੀ ਸੁੱਤੀ ਹੈ, ਉਹਨੂੰ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ। ਅਤੇ ਜਦੋਂ ਇਹ ਸਿੱਖਿਆਦਾਇ ਗੁਰੂ ਕੇ ਬਚਨ ਜਿਹੜੇ ਨੇ ਸਾਨੂੰ ਇੱਦਾਂ ਪ੍ਰਤੀਤ ਹੁੰਦੇ ਨੇ। ਜੇ ਪੰਥ ਦੀ ਗੱਲ ਕਰਦੇ ਹਾਂ, ਉੱਥੇ ਵੀ ਕੀ ਆਖਦੇ, ਫਲਾਣਾ ਬੰਦਾ ਨਹੀਂ ਭਾਈ ਤੁਰਦਾ। ਇਹ ਨਹੀਂ ਸੋਚਦੇ ਅਸੀਂ ਆਪ ਨਹੀਂ ਤੁਰੇ ਅੱਜ। ਹਰੇਕ ਚੀਜ਼ ਆਪਾਂ ਦੂਸਰੇ 'ਤੇ ਸੁੱਟਦੇ ਹਾਂ ਕਿ ਇਹਨੂੰ ਬਾਬਾ ਜੀ ਕਹਿ ਰਹੇ, ਮੈਨੂੰ ਥੋੜ੍ਹੀ ਕਿਸੇ ਨੇ ਕੁਝ ਕਿਹਾ ਹੈ, ਮੈਂ ਤਾਂ ਐਂ ਬਹੁਤ ਸਿਆਣਾ ਹਾਂ। ਹਰੇਕ ਦੀ ਗੱਲ ਇਹ ਹਿਰਦੇ ਅੰਦਰ ਹੁੰਦੀ, ਨਹੀਂ ਹੁੰਦੀ ਤਾਂ ਦੱਸੇ ਕੋਈ। ਹਰੇਕ ਦੇ ਮਨ ਅੰਦਰ ਇਹ ਖਿਆਲ ਆਉਂਦੇ ਨੇ। ਮਹਾਰਾਜ ਆਪ ਹੀ ਕਿਤੇ ਰਹਿਮਤ ਕਰਨ, ਸਾਨੂੰ ਪਤਾ ਚੱਲੇ ਕਿ ਇਹ ਗੱਲ ਸਾਨੂੰ ਕਹੀ ਜਾ ਰਹੀ ਹੈ। ਜਿੱਥੇ ਮਹਾਰਾਜ ਜੀ ਨੇ ਬਚਨ ਕਹੇ ਕਿ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੇ ਇੱਕ ਬਚਨ ਜੇ ਕਿਤੇ ਸਿੱਖ ਨੇ ਸੁਣ ਲਏ ਤੇ ਸਾਰਾ ਕੁਝ ਮਿਲੇਗਾ ਉਹਨੂੰ। ਇਹ ਫਿਰ ਅਸੀਂ ਸਮਝੀਏ ਕਿ ਮਹਾਰਾਜ ਸਾਨੂੰ ਕਹਿ ਰਹੇ, ਸਿੱਖਾ ਇੱਕ ਬਚਨ ਹੀ ਮੰਨ ਲਾ। ਕਿਤੇ ਤਰਲਾ ਦੇਖੋ, ਕਿਤੇ ਤੇ ਤਾੜਨਾ ਕੀਤੀ ਹੈ, ਕਿਤੇ ਪ੍ਰੇਮ ਨਾਲ ਸਮਝਾਇਆ, ਕਿਤੇ ਗੁਰੂ ਨੇ ਤਰਲਾ ਵੀ ਕੀਤਾ ਹੈ। ਹੁਣ ਜਦੋਂ ਸੰਗਤ ਜੀ ਕਿਸੇ ਦਾ ਸੁਭਾਅ ਹੀ ਐਸਾ ਹੁੰਦਾ ਹੈ ਕਿ ਤਰਲਾ ਕਰਕੇ ਕਿਸੇ ਨੂੰ ਕਹਿਣਾ, ਭਾਈ ਬੰਦਾ ਬਣ ਜਾ। ਅਮਲੀ ਬੰਦਾ ਕੋਈ, ਉਹਨੂੰ ਕਿੰਨੇ ਲੋਕ ਸਮਝਾਉਂਦੇ ਨੇ, ਵਾਰ-ਵਾਰ ਘਰ ਦੇ ਵੀ, ਰਿਸ਼ਤੇਦਾਰ ਵੀ, ਬੰਦਾ ਬਣ ਜਾ, ਨਾ ਇਹ ਕਰਮ ਕਰ। ਜੇ ਤੇ ਉਹ ਹੋਵੇ ਸਿਆਣਾ, ਫਿਰ ਤੇ ਜਾਂਦਾ ਸਮਝ ਕੇ ਹਾਂ ਕਿੰਨੇ ਤਰਲੇ ਕੱਢ ਰਹੇ। ਮਾਂ ਤਰਲੇ ਕੱਢਦੀ, ਰੋਜ਼ ਰੋਂਦੀ ਮੇਰੇ ਸਾਹਮਣੇ, ਪਿਓ ਵੀ ਤਰਲੇ ਕੱਢਦਾ ਹੈ। ਜੇ ਤੇ ਉਹਨੂੰ ਆਪਣੇ ਮਾਤਾ ਪਿਤਾ ਦੇ ਨਾਲ ਕੁਝ ਪ੍ਰੇਮ, ਤੇ ਉਹ ਗੱਲ ਪੱਲੇ ਬੰਨੇਗਾ ਕਿ ਨਹੀਂ, ਮੇਰੇ ਮਾਤਾ ਪਿਤਾ ਦੁਖੀ ਹੋ ਰਹੇ ਨੇ ਅਤੇ ਮੇਰਾ ਇਹ ਜਿਹੜਾ ਕਰਮ ਚੰਗਾ ਨਹੀਂ। ਗੁਰੂ ਨੇ ਵੀ ਇਸੇ ਤਰ੍ਹਾਂ ਤਰਲਾ ਕੀਤਾ, ਸਿੱਖੋ ਬੰਦੇ ਬਣ ਜਾਓ। ਹੁਣ ਇੱਕ ਹੀ ਗੱਲ ਮੰਨ ਲਓ ਸਾਡੀ, ਜੇ ਇੱਕ ਗੁਰ ਕੀ ਸਿੱਖ ਸੁਣੀ, ਇੱਕ ਹੀ ਬਚਨ ਸੁਣ ਲੈ ਕਿਤੇ, ਤੇ ਮਤ ਵਿੱਚ ਰਤਨ ਜਵਾਹਰ ਮਾਣਕ। ਇੰਨੇ ਸੋਹਣੇ ਬੋਲ ਸੰਗਤ ਜੀ ਮਹਾਰਾਜ ਸਾਨੂੰ ਉਚਾਰਨ ਕਰਕੇ ਸਮਝਾ ਰਹੇ ਨੇ। ਆਪ ਹੀ ਕਿਰਪਾ ਕਰਨ, ਸਾਨੂੰ ਬੇਸਮਝਿਆਂ ਨੂੰ ਕਿਤੇ ਅਕਲ ਆਵੇ, ਗੁਰੂ ਕੇ ਬਚਨਾਂ 'ਤੇ ਚੱਲੀਏ, ਅਤੇ ਜਿਹੜੇ ਰਤਨਾਂ ਦੀ ਗੱਲ ਕਰਦੇ ਉਹ ਰਤਨ ਸਾਨੂੰ ਵੀ ਕਿਤੇ ਪ੍ਰਾਪਤ ਹੋਣ। ਕਲਯੁਗੀ ਦੀਵਾਂ ਦਾ ਸਾਡਾ ਉਧਾਰ ਹੋਵੇ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।